ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪੰਜਵਾਂ ਛੰਤ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ। ਔਗਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਦ ਸਦਾਏ। ਇਕ ਤਿਲ ਨਹੀਂ ਪੰਨੈ ਕਾਲੇ, ਘਟ ਘਟ ਵਾਸੀ ਸਰਬ ਨਿਵਾਸੀ। ਨੇਰੈ ਹੀ ਤੇ ਨੇਰਾ, ਨਾਨਕ ਦਾਸ ਸਦਾ ਸ਼ਰਨਾਗਤ। ਹਰਿ ਅੰਮ੍ਰਿਤ ਸੱਜਣ ਮੇਰਾ, ਘਟ ਘਟ ਵਾਸੀ ਸਰਬ ਨਿਵਾਸੀ। ਨੇਰੈ ਹੀ ਤੇ ਨੇਰਾ, ਨਾਨਕ ਦਾਸ ਸਦਾ ਸ਼ਰਨਾਗਤ। ਹਰਿ ਅੰਮ੍ਰਿਤ ਸੱਜਣ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਦੀਆਂ ਸਤਸੰਗਤ ਦੀਆਂ ਘੜੀਆਂ ਅਸੀਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਬਚਨ ਵਿਚਾਰੇ ਜਾਂਦੇ ਨੇ। ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਛੰਤ ਸੰਦੇਸ਼ ਸਾਨੂੰ ਪ੍ਰਾਪਤ ਹੈ। ਅਗਲੇਰਾ ਨਵਾਂ ਸ਼ਬਦ ਅੱਜ ਤੋਂ ਪ੍ਰਾਰੰਭ ਹੋ ਰਿਹਾ ਹੈ, ਜੋ ਸਮੁੱਚਾ ਸਿਰਨਾਵਾਂ ਹੈ। ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦ। This is complete title of this ਸ਼ਬਦ। ਸੂਹੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਉਚਰਿਤ ਕਰ ਰਹੇ ਨੇ। ਛੰਤ ਰੂਪ ਹੈ ਜਿਵੇਂ ਮੈਂ ਬਿਆਨ ਕੀਤਾ ਹੈ। ਐਂਡ ਇਸ਼ਟ ਦਾ ਮੰਗਲ ਹੈ। ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓੰਕਾਰ ਹੈ। ਅਵਿਤ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ। ਉਹ ਹਸਤੀ ਜਿਹਨੂੰ ਕਹਿ ਲਓ ਵਨ ਫੋਰਸ ਆ, and that force is running this whole show,
the whole universe, the whole this mother nature's, you can say, cycle. So that is ओंकार, ਜਿਹਨੂੰ ਮੈਂ ਬਿਆਨ ਕਰ ਰਿਹਾ ਸੀ। ਅਵਿਥ ਇੱਕ ਰਸ ਲਗਾਤਾਰ ਵਿਆਪ ਰਿਹਾ ਹੈ, ਜਿਸ ਨੂੰ ਸਰਲ ਜਿਹੜੀ ਜਾਂ ਸਿੰਪਲ ਟਰਾਂਸਲੇਸ਼ਨ ਜੋ ਹੈ, ਸਰਲ ਵਿਆਖਿਆ ਜੋ ਉਹ ਹੀ ਬਣਦੀ ਹੈ ਕਿ ਆਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਾਨੁਖ, ਜੋ ਕੁਝ ਦਿਸਦਾ ਅਣਦਿਸਦਾ ਸਭ ਵਿੱਚ ਉਹਦੀ ਵਿਦਮਾਨਤਾ ਹੈ। ਉਹ ਵਿਧਾਤਾ ਓਂਕਾਰ ਹੈ। ਇਸ ਰੂਪ ਓਂਕਾਰ ਦੇ ਨਾਲ ਮਨੁੱਖ ਦੇ ਰੂਪ ਦੇ ਅੰਦਰ ਸਾਡੀ ਸਾਂਝ, ਮਤਲਬ ਅਸੀਂ ਉਸ ਓਂਕਾਰ ਦੇ ਉਸ ਲੈਵਲ ਤੱਕ ਚੇਤਨ ਹੋ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਵੇਂ ਹੀ ਉਸ ਬਖਸ਼ਿਸ਼ ਦੇ ਪਾਤਰ ਬਣਾਂਗੇ, we will be able to enjoy the oneness with Almighty Akal Purkh Vaheguru, and that is ultimate goal of human life, and we can attain by getting the blessings of our real Guru, real Master। ਇਹ ਇਸ਼ਟ ਦਾ ਮੰਗਲ ਜੋ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਆ। ਅੱਗੇ ਬਚਨ ਹੈ, ਬਿਲਕੁਲ ਪਹਿਲੀ ਲਾਈਨ ਤੋਂ ਪ੍ਰਾਰੰਭ ਕਰ ਰਹੇ ਹਾਂ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਆਪਾਂ ਓਂਕਾਰ ਦੀ ਗੱਲ ਕਰ ਰਹੇ ਸੀ। ਓਂਕਾਰ ਹੀ ਹੈ ਸਭ ਕੁਛ, ਇਸ ਤਰ੍ਹਾਂ ਕਹਿ ਲਓ, ਸਭ ਉਹਦਾ ਹੀ ਰੂਪ ਹੈ। ਗੁਰੂ ਸਾਹਿਬ ਨੇ ਤੇ ਭਗਤ ਸਾਹਿਬਾਨ ਨੇ ਜੋ ਵਰਸ਼ਿਪਿਜ਼ਮ ਸੀਗਾ, ਪੂਜਾਵਾਦ, ਰੱਬ ਦੇ ਨਾਂ ਦੇ ਉੱਤੇ ਪੂਜਾ ਕਰਨੀ, ਵੱਖਰੇ ਵੱਖਰੇ ਆਈਡੀਅਲਸ ਬਿਲਡ ਕਰਕੇ, ਸਿੰਬਲਸ ਬਿਲਡ ਕਰਕੇ, ਸਟੈਚੂਜ਼ ਬਿਲਡ ਕਰਕੇ, ਗੁਰੂ ਸਾਹਿਬ ਨੇ ਇਸ ਤੋਂ ਬਾਹਰ ਕੱਢਿਆ। ਕਿਆ ਬੰਦੇ ਰੱਬ ਦੀ ਪੂਜਾ ਕਿਵੇਂ ਕਰੇਗਾ? ਮਤਲਬ ਪੂਜਾ ਦਾ ਮਤਲਬ ਇਹ ਹੁੰਦਾ ਹੈ ਤੁਸੀਂ ਉਹਦੀ ਖਾਸ ਸ਼ਕਲ ਸੂਰਤ ਵਿੱਚ ਇੱਕ ਸਟੈਚੂ ਬਣਾ ਲੈਂਦੇ ਹੋ, ਫਿਰ ਉਹਨੂੰ ਕੁਝ ਭੇਟਾਵਾਂ ਚੜਾਉਂਦੇ ਹੋ, ਫਿਰ ਪੂਜਾ ਅਰਚਨਾ ਲਈ ਧੂਖ ਬੱਤੀਆਂ ਲਾਉਂਦੇ ਹੋ, ਫਿਰ ਆਰਤੀਆਂ ਕਰਦੇ ਹੋ। ਸਭ ਚੀਜ਼ਾਂ ਪੂਜਾ 'ਚ ਆਉਂਦੀਆਂ ਨੇ। ਬਲਕਿ ਜਿਹੜੇ ਲੋਕ ਕਰ ਵੀ ਰਹੇ ਸੀਗੇ, ਗੁਰੂ ਸਾਹਿਬ ਨੇ ਉਹਨਾਂ ਦੇ ਕਰਨ ਦੇ ਉੱਤੇ ਉਹਨਾਂ ਨੂੰ ਬੜੇ ਰੈਸ਼ਨਲ ਸਾਈਡ ਤੋਂ, ਬੜੇ ਤਾਰਕਿਕ ਪੱਖ ਤੋਂ ਸਮਝਾਇਆ। ਤੇ ਕਿਆ ਆਹ ਚੀਜ਼ ਵੀ ਸੋਚੋ ਨਾ, ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ ਸੋਹਿਲਾ ਸਾਹਿਬ ਦੇ ਵਿੱਚ, ਤੇ ਆਰਤੀ ਦੇ ਸਰਨਾਵੇਂ ਹੇਠ ਵੀ ਆਉਂਦਾ ਹੈ ਤਨਾਸਰੀ ਰਾਗ ਦੇ ਵਿੱਚ, ਜਿਸ 'ਚ ਗੁਰਦੇਵ ਜ਼ਿਕਰ ਕਰਦੇ ਨੇ ਕਿ ਗਗਨ ਮੈਂ ਥਾਲ ਰਵਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਉਸ ਪਰਿਪੂਰਨ ਦੀ ਆਰਤੀ ਅਸੀਂ ਥਾਲੀ ਸਜਾ ਲਾਂਗੇ, ਦੀਵੇ ਬਾਲ ਲਵਾਂਗੇ, ਅਸੀਂ ਕੁਝ ਧੂਪਾਂ ਦਿਖਾ ਲਵਾਂਗੇ, ਕੁਝ ਹੀਰੇ ਜਵਾਹਰਾਤ ਮਾਣਕ ਉਸ ਥਾਲੀ ਪਲੇਟ 'ਚ ਰੱਖ ਕੇ ਭੇਟਾ ਲੈ ਲਵਾਂਗੇ, ਇਹੋ ਜਿਹੀਆਂ ਚੀਜ਼ਾਂ ਕਰ ਲਵਾਂਗੇ। ਪਰ ਬਾਬਾ ਜੀ ਕਹਿੰਦੇ ਉਹਦੀ ਆਰਤੀ ਤੇ ਹੋ ਰਹੀ ਸਾਰੀ ਕਾਇਨਾਤ ਉਸ ਓਂਕਾਰ ਦੇ ਹੁਕਮ ਦੇ ਵਿੱਚ ਉਹਦੀ ਆਰਤੀ ਵਿੱਚ ਤੇ ਲੱਗੀ ਹੈ। ਬੰਦੇ ਕਿਉਂ ਆਪਣੀ ਐਨਰਜੀ ਵੇਸਟ ਕਰ ਰਹੇ ਹੈ, ਕਿਉਂ ਟਾਈਮ ਵੇਸਟ ਕਰ ਰਹੇ ਹੈ? ਸਹੀ ਪਾਸੇ ਲਗਾ ਇਸ ਨੂੰ। ਹੁਣ ਜੋ ਸਹੀ ਪਾਸੇ ਲਗਾਉਣ ਦੀ ਬਾਤ ਆ ਰਹੀ ਹੈ ਉਹ ਕੀ ਹੈ? ਬਿਲਕੁਲ ਸਿੰਪਲ ਆ ਜਾਈਏ। ਹਾਲਾਂਕਿ ਅਕਸਰ ਗੱਲ ਰੈਪੀਟੀਸ਼ਨ ਵਿੱਚ ਵੀ ਆਉਂਦੀ ਹੈ। ਜਪਜੀ ਸਾਹਿਬ ਪੜ੍ਹੀਏ, ਗੁਰੂ ਸਾਹਿਬ ਬਿਆਨ ਕਰਦੇ, ਹੇ ਰੱਬ ਜੀ ਸਭ ਗੁਣ ਤੇਰੇ ਮੈਂ ਨਾਹੀ ਕੋਏ। ਰੱਬ ਦੀ ਪੂਜਾ ਇਸ ਕਰਕੇ ਹੁੰਦੀ, ਰੱਬ ਗੁਣਾਂ ਦਾ ਸੋਮਾ ਹੈ। ਕੱਲ ਗੁਣੀ ਨਿਧਾਨ ਦੀ ਸੀ ਗੱਲ ਕਰ ਰਹੇ ਸੀ। ਠੀਕ ਹੈ, ਰੱਬ ਜੀ ਤੂੰ ਸਾਰੇ ਗੁਣਾਂ ਦਾ ਸੋਰਸ ਹੈ, ਮਾਲਕ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਪਰ ਮੈਨੂੰ ਇਹ ਪਤਾ ਹੈ ਵਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਡਿਵੋਸ਼ਨਲ ਐਕਟ, ਜਿਹਦੇ ਨਾਲ ਕੋਈ ਡਿਵੋਟੀ ਬਣਦਾ ਆ, ਜਿਹਦੇ ਨਾਲ ਬੰਦੇ ਨੂੰ ਕੋਈ ਤਸੱਲੀ ਮਿਲਦੀ ਹੈ। ਸਪੋਜ਼ ਇਹਨੂੰ ਸਰਲ ਐਗਜ਼ਾਮਪਲ ਹੋਰ ਕਰ ਦੇਣਾ, ਸਿੰਪਲ ਐਗਜ਼ਾਮਪਲ ਕਰ ਦੇਣਾ। ਵੈਨ ਦਿਸ COVID-19 ਸਿਚੁਏਸ਼ਨ ਵਾਜ਼ ਹੈਪਨਿੰਗ ਇਨ ਵੈਰੀ ਸਟਾਰਟਿੰਗ ਪੀਰੀਅਡ, that time people got a lot of panic, and due to the panic they were acting a very, you can say, funny way or very unordinary way। ਉਹਦੇ 'ਚ ਕੁਛ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ। ਇੱਕਦਮ ਸਟੋਰਸ ਦੇ ਉੱਤੋਂ ਗਰੋਸਰੀ ਮੁੱਕਣੀ ਸ਼ੁਰੂ ਹੋ ਗਈ। ਕੁਝ ਜਿਵੇਂ ਰਾਈਸ ਨੇ, ਫਲਾਵਰ, ਵੀਟ ਫਲਾਵਰ ਆ, ਹੋਰ ਇਹੋ ਜਿਹੀਆਂ ਚੀਜ਼ਾਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਟਿਸ਼ੂਜ਼ ਦਾ ਬੜਾ ਮਸਲਾ ਬਣਿਆ। ਇਹ ਸਭ ਚੀਜ਼ਾਂ ਹੋਈਆਂ ਬੜੇ ਵੱਡੇ ਲੈਵਲ 'ਤੇ।
ਹਾਲਾਂਕਿ ਉਹ ਲਗਾਤਾਰ ਚੱਲਦੀ ਰਹੀ। ਹੁਣ ਕਿਸ ਲੈਵਲ ਤੇ ਅਸੀਂ ਪਹੁੰਚੇ ਹਾਂ, ਹੁਣ ਵੀ ਲੋਕਡਾਊਨ ਹੋ ਰਿਹਾ, ਹੁਣ ਕੋਈ ਇਸ਼ੂ ਨਹੀਂ ਹੈਗਾ। tons of actually grocery, tissues, everything is available in stores. You can go and buy as much as you want. ਕੋਈ ਲਿਮਿਟ ਨਹੀਂ, ਕੋਈ ਕੁਛ ਨਹੀਂ। ਪਰ ਇੱਕਦਮ ਐਸਾ ਹੋਇਆ। ਇਹਦੇ ਉੱਤੇ ਜਿਹੜੇ ਕਮਿਊਨਿਟੀ ਸਾਈਕੋਲੋਜਿਸਟ ਨੇ, ਕਮਿਊਨਿਟੀ ਦੀ ਸਾਈਕੀ ਨੂੰ ਸਮਝਣ ਵਾਲੇ ਨੇ, ਉਹਨਾਂ ਲੋਕਾਂ ਨੇ ਕਿਹਾ ਕਿ ਐਕਚੁਅਲੀ ਕਾਰਨ ਪਤਾ ਕੀ ਹੈ, ਜਦੋਂ ਕੋਈ ਇਹੋ ਜਿਹੀ ਚੀਜ਼ ਵਾਪਰਦੀ ਹੈ ਤੇ ਬੰਦੇ ਦੇ ਦਿਮਾਗ ਵਿੱਚ ਇੱਕਦਮ ਚੀਜ਼ ਆਉਂਦੀ ਹੈ। ਜਿਵੇਂ ਆਪ ਦੇਖੋਗੇ ਘਰ ਵਿੱਚ ਕੋਈ ਪ੍ਰੋਗਰਾਮ, ਕੋਈ ਸਮਾਗਮ, ਕੋਈ ਚੀਜ਼ ਰੱਖੋ ਤੁਸੀਂ, ਤੇ ਇੱਕਦਮ ਕੇਓਸ ਬਣ ਜਾਂਦਾ ਹੈ। ਮਤਲਬ ਜਿਹੜਾ ਕੰਮ ਕੋਈ ਇੱਕ ਨਹੀਂ ਹੋ ਰਿਹਾ ਉਹਨੂੰ ਕੋਈ ਵੀ ਨਹੀਂ ਕਰ ਰਿਹਾ, ਇੱਕ ਕੰਮ ਨੂੰ 5 ਜਣੇ ਕਰ ਰਹੇ ਨੇ। ਅਜੀਬ ਤਰ੍ਹਾਂ ਦੀ ਹਾਲਤ ਹੈ, ਅਜੀਬ। ਇਹ ਜਿਹੜਾ ਅਨਆਰਗੇਨਾਈਜ਼ ਸਾਰੇ ਦਾ ਸਾਰਾ ਇਹ ਮਸਲਾ ਬਣਦਾ ਹੈ। ਕਿਉਂ ਬਣਦਾ ਹੈ? ਕਿਉਂਕਿ ਹਰ ਬੰਦਾ ਸੋਚਦਾ ਮੈਂ ਕੁਛ ਨਾ ਕੁਛ ਕੰਟਰੀਬਿਊਟ ਕਰਾਂ। ਸੋ ਜਿਹੜਾ ਕੰਟਰੀਬਿਊਟ ਕਰਨ ਦਾ ਇੱਕਦਮ ਕਾਲੇ ਪੈ ਕੇ ਵੀ ਮੈਂ, ਐਸਾ ਨਾ ਹੋਏ ਵੀ ਮੈਂ ਕੁਛ ਸਿਚੁਏਸ਼ਨ ਕ੍ਰੀਏਟ ਹੋਈ ਹੈ, ਮੈਂ ਕੁਛ ਕਰ ਹੀ ਨਹੀਂ ਰਿਹਾ। ਹੁਣ ਸਪੋਜ਼ ਕਰੋ COVID-19 ਨਿਊ ਵਾਇਰਸ ਵਾਜ਼ ਐਕਚੁਅਲੀ ਕਮਿੰਗ। ਵਾਇਰਸ ਤਾਂ ਪੁਰਾਣਾ ਹੀ ਸੀਗਾ, ਨੋ ਡਾਊਟ। ਰੈਸਪੀਰੇਟਰੀ ਸਿਸਟਮ ਦੇ ਵਿੱਚ ਸਾਰਸ ਆ ਉਹਦੀ ਪੁਰਾਣੀ ਜਿਹੜਾ ਹੈਗਾ ਉਹਦੇ 'ਚੋਂ ਸ਼੍ਰੇਣੀ 'ਚ ਆਉਂਦਾ, ਪਰ ਉਹਦਾ ਜਿਹੜਾ ਖਾਸ ਕਰਕੇ ਵੇਰੀਐਂਟ ਸੀਗਾ, ਡਿਫਰੈਂਟ ਸੀਗਾ, ਉਹਦੇ ਕਰਕੇ ਪਤਾ ਨਹੀਂ ਸੀਗਾ। ਉਹ ਜਿਨ੍ਹਾਂ ਦੀ ਜੋਬ ਆ ਮੈਡੀਕਲ ਪ੍ਰੋਫੈਸ਼ਨਲਸ ਦੀ, ਉਹ ਸਾਰੇ ਤੇ ਉਹਨਾਂ ਨੇ ਕਰਨਾ ਸੀਗਾ, ਉਹਨਾਂ ਨੂੰ ਟਾਈਮ ਲੱਗਣਾ ਸੀ ਸਾਰੇ ਵਾਸਤੇ ਸਮਝਣ ਲਈ ਸਾਰੇ। ਪਰ ਆਮ ਇੰਡੀਵਿਜੂਅਲ ਉਹ ਕੀ ਕਰ ਸਕਦਾ ਹੈ? ਉਹਨਾਂ ਲਈ ਜਿਹੜਾ ਐਕਟੀਵਿਟੀ ਉਹਨਾਂ ਨੂੰ ਕਹੀ ਗਈ ਕਰਨ ਵਾਸਤੇ ਕਿ ਭਾਈ ਤੁਸੀਂ ਮਾਸਕ ਲਾਉਣਾ ਆ, ਸੋਸ਼ਲ ਜਾਂ ਫਿਜ਼ੀਕਲ ਡਿਸਟੈਂਸਿੰਗ ਕਰਨੀ ਹੈ, ਇਹ ਸਭ ਚੀਜ਼ਾਂ 'ਤੇ ਫੋਕਸ ਕਰੋ, ਘਰਾਂ ਵਿੱਚ ਰਹਿਣਾ, ਉਹ ਤਾਂ ਠੀਕ ਹੈ, ਪਰ ਦੈਟਸ ਨਾਟ ਐਨਫ। ਫੈਮਿਲੀ ਵਾਸਤੇ ਮੈਂ ਕੁਛ ਕਰਨਾ, ਮੈਂ ਫੈਮਿਲੀ ਆਪਣੀ ਨੂੰ ਪ੍ਰੋਟੈਕਟ ਕਰਨਾ ਆ। ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਗਰੋਸਰੀ ਸਟੇਕ ਕਰਦੇ ਹਾਂ, ਆਪਾਂ ਇੱਕ ਕੰਮ ਕਰਦੇ ਹਾਂ, ਇਸ ਤਰੀਕੇ ਦਾ ਸਮਾਨ ਇਕੱਠਾ ਕਰਨ ਲੱਗ ਜਾਂਦੇ ਹਾਂ। ਸੋ ਇਹ ਸਾਰੇ ਵਿੱਚ ਬੰਦਾ ਲੱਗ ਗਿਆ ਆਪਣੇ ਆਪ ਨੂੰ ਤਸੱਲੀ ਦੇਣ ਵਾਸਤੇ, ਮੈਂ ਕੁਝ ਕਰ ਰਿਹਾ, ਆਈ ਐਮ ਡੂਇੰਗ ਸਮਥਿੰਗ, ਮੈਂ ਬੈਠਾ ਨਹੀਂ ਗਾ, ਮੈਂ ਇਸ ਚੀਜ਼ ਨੂੰ ਸੀਰੀਅਸ ਲੈ ਰਿਹਾ। ਇਹ ਚੀਜ਼ ਬੰਦਾ ਰਿਅਲਾਈਜ਼ ਕਰਾਉਂਦਾ। ਇਹ ਜਿਹੜੀ ਚੀਜ਼ ਆ ਇਕੱਲੀ ਇੱਕ ਜਗ੍ਹਾ 'ਤੇ ਇੱਥੇ ਨਹੀਂ ਹੁੰਦੀ। ਆਪ ਅਹਿਸਾਸ ਕਰੋ, ਜਦੋਂ ਗੱਲ ਆਉਂਦੀ ਹੈ ਨਾ ਬੰਦੇ ਦੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਸਤੇ, ਹੁਣ ਇਕੱਲੀਆਂ ਫਿਜ਼ੀਕਲ ਲੋੜਾਂ ਤਾਂ ਹੈ ਨਹੀਂ ਗੀਆਂ ਸਾਡੀਆਂ। ਜੇ ਆਪਾਂ ਦੇਖੀਏ ਅਮਰੀਕਾ, ਕੈਨੇਡਾ ਜਾਂ ਡਿਵੈਲਪਡ ਨੇਸ਼ਨਸ ਦੇ ਵਿੱਚ, ਇੱਥੇ no doubt people always say there is poverty, there are homelessness, everything is there, but ਉਹ ਸਾਰੇ ਦਾ ਸਾਰਾ ਮੋਸਟਲੀ ਜਿਹੜਾ ਪ੍ਰੋਬਲਮ ਆ ਉਹ ਲੈਕ ਆਫ ਰਿਸੋਰਸਿਸ ਕਰਕੇ ਨਹੀਂ ਹੈ। ਮੋਸਟਲੀ ਉਹ ਪ੍ਰੋਬਲਮ, ਟਰਬਲ ਜਿਹੜੀ ਹੈ ਉਹ ਜਾਂ ਤੇ ਕਿਤੇ ਨਾ ਕਿਤੇ ਲੈਕ ਆਫ ਪਾਲਿਸੀ ਸਟਰਕਚਰ ਦੀ ਹੈ, ਲੈਕ ਆਫ ਪ੍ਰੋਪਰ ਚੀਜ਼ਾਂ ਨੂੰ ਐਡਰੈਸ ਨਾ ਕਰਨ ਦੀ ਹੈ, ਤੇ ਸਭ ਤੋਂ ਵੱਡੀ ਲੋਕਾਂ ਦੀ ਮਾਨਸਿਕ ਹਾਲਤ ਖਰਾਬ ਹੋਣ ਦੀ ਹੈ, ਮੈਂਟਲ ਹੈਲਥ। ਫਿਜ਼ੀਕਲੀ ਤਾਂ ਲੋਕਾਂ ਕੋਲ ਹਰ ਸਭ ਕੁਝ ਅਵੇਲੇਬਲ ਹੈਗਾ, ਪਰ ਮਨ ਮੰਡਲ ਦੀ ਦੁਨੀਆ 'ਚ ਉਸ ਨੂੰ ਫੂਡ ਨਹੀਂ ਮਿਲੇਗਾ। ਪਾਣੀ 'ਚ ਆ ਜਾਈਏ, ਪਾਣੀ ਤੋਂ ਬਾਹਰ ਨਾ ਜਾਈਏ ਤਾਂ ਇਹ ਗੱਲ ਨਾਲ ਨਾਲ ਚੱਲਦੀ ਰਹੇਗੀ। ਸ਼ਬਦ ਪੜ੍ਹਦੇ ਹਾਂ, ਮੰਮਾ ਮਨਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸਿਓ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਨੂੰ ਐਡਰੈਸ ਕਰੋ। ਗੁਰੂ ਮਹਾਰਾਜ ਨੇ ਬਿਆਨ ਕੀਤਾ, ਬੰਦੇ ਨੂੰ 3 ਖੁਰਾਕਾਂ ਚਾਹੀਦੀਆਂ ਨੇ, 3 ਲੈਵਲ ਦੀ ਬੰਦੇ ਨੂੰ ਖੁਰਾਕ ਚਾਹੀਦੀ ਹੈ। ਸਰੀਰ ਦੀ ਖੁਰਾਕ ਭੋਜਨ ਹੈ, ਵੀ ਹੈਵ ਟੂ ਈਟ। ਇਸੇ ਕਰਕੇ ਲੰਗਰ ਗੁਰਦੁਆਰੇ ਦਾ ਅਸੈਂਸ਼ੀਅਲ ਪਾਰਟ ਹੈ। ਜਿੱਥੇ ਗੁਰਦੁਆਰਾ ਹੋਏਗਾ ਲੰਗਰ ਹੋਏਗਾ, ਕਿਉਂਕਿ ਬੰਦਾ ਕਿਸੇ ਵੀ ਬਿਲੀਵ ਸਿਸਟਮ ਨਾਲ ਜੁੜਿਆ, ਕਿਸੇ ਭਾਈ ਭੁੱਖ ਤੇ ਲੱਗੇਗੀ ਉਹਨੂੰ, ਉਹ ਭਾਵੇਂ ਕ੍ਰਿਮੀਨਲ ਹੋਏ, ਭਾਵੇਂ ਉਹ ਰੋਗੀ ਹੋਏ, ਭਾਵੇਂ ਉਹ ਮਨਮੁਖ ਹੋਏ, ਭਾਈ ਰੋਟੀ ਤੇ ਚਾਹੀਦੀ ਸਾਰਿਆਂ ਨੂੰ। ਇਸ ਕਰਕੇ ਭੋਜਨ ਜ਼ਰੂਰੀ ਹੈ, ਸਰੀਰ ਦੀ ਲੋੜ ਹੈ। ਭੋਜਨ ਤੋਂ ਬਾਅਦ ਜਿਹੜੀ ਸੈਕਿੰਡ ਬੰਦੇ ਦੀ ਲੋੜ, ਉਹ ਕਿਹਾ ਗਿਆ ਕਿ ਇਹਦੇ ਮਨ ਦੀ ਕੀ ਲੋੜ ਹੈ ਭਾਈ? ਮਨ ਸਭ ਤੋਂ ਵੱਡੀ ਲੋੜ ਮਨ ਦੀ ਸੰਗਤ ਹੈ। ਮਨ ਇਕੱਲਾ ਨਹੀਂ ਰਹਿ ਸਕਦਾ। ਤੁਸੀਂ ਮਨ ਨੂੰ ਜਿਹੋ ਜਿਹੀ ਸੰਗਤ ਪਾਉਂਦਾ ਆ ਉਹੋ ਜਿਹੀ ਪ੍ਰਾਪਤ ਕਰਾਓਗੇ, ਠੀਕ ਹੈ। ਅਦਰਵਾਈਜ਼ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਆਪਣੀ ਉਸ ਦੁਨੀਆ ਚਲਾ ਜਾਏਗਾ। ਪਰ ਜੇ ਲੰਬਾ ਸਮਾਂ ਮਨ ਸਾਡੇ ਇਸ ਜਿਹੜਾ ਰੀਅਲ ਵਰਲਡ ਹੈ ਇਹਨੂੰ ਛੱਡ ਕੇ ਕਿਸੇ ਹੋਰ ਵਰਲਡ 'ਚ ਜਾ ਕੇ ਰਹਿਣਾ ਸ਼ੁਰੂ ਕਰ ਦੇਗਾ, ਤੇ ਇਹਦੇ ਨਾਲ ਮਿਸਮੈਚ ਹੋਏਗਾ, ਬੰਦਾ ਬਿਮਾਰ ਹੋ ਜਾਏਗਾ। ਇਸ ਲਈ ਉਹ ਸੰਗਤ ਜਿਹੜੀ ਮਨ ਨੂੰ ਚਾਹੀਦੀ, ਉਹ ਸੰਗਤ ਮਿਲਣੀ ਚਾਹੀਦੀ ਹੈ। ਹੁਣ ਸਪੋਜ਼ ਕਰੋ ਮਨ ਮੰਗ ਰਿਹਾ ਹੈ ਮੈਨੂੰ ਹਰ ਵਕਤ ਜਿਹੜਾ ਆ ਕੋਈ ਮਾੜੀ ਸੰਗਤ ਜਾਂ ਕੋਈ ਇਸ ਕਿਸਮ ਦਾ ਖਾਣ ਪਾਣ ਰਹਿਣ ਸਹਿਣ ਉਹ ਤਾਂ ਮਿਲ ਨਹੀਂ ਸਕਦਾ। ਫਿਰ ਵੀ ਬੰਦਾ ਬਿਮਾਰ ਹੋਏਗਾ। ਫਿਰ ਉਹ ਬੰਦਾ
ਇਹੋ ਜਿਹੀ ਆਦਤਾਂ 'ਚ ਜਾਏਗਾ, ਇਹੋ ਜਿਹੇ ਭਾਵੇਂ ਚੋਰੀ ਜਾਏਗਾ, ਹੌਲੀ ਹੌਲੀ ਪਕੜੇ। ਇਹ ਮਨ ਦੀ ਬਿਮਾਰੀ ਹੈ ਸਾਰੀ। ਇਸ ਲਈ ਜ਼ਰੂਰੀ ਹੈ ਮਨ ਦੀ ਸੰਗਤ ਉਸ ਤਰੀਕੇ ਦੀ ਹੋਏ ਜਿਹਦੇ ਵਿੱਚ ਜੀਵਨ ਸਾਰੇ ਦਾ ਸੁਧਾਰ ਹੋ ਸਕੇ। ਫਿਰ ਇਸ ਲਈ ਬਾਬਾ ਕਬੀਰ ਜੀ ਦਾ ਹੋਰ ਬਚਨ ਹੈ ਕਿ ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਕਿਆ ਕਬੀਰ ਇਹ ਮਨ ਪੰਖੀ ਦੀ ਤਰ੍ਹਾਂ ਆ। ਪੰਖੀ ਨੂੰ ਦੇਖੋਗੇ ਉਹ ਡਾਲ ਤੇ ਬੈਠਦਾ, ਪਰ ਜਿਸ ਡਾਲ ਤੇ ਬੈਠਦਾ ਉਸੇ ਡਾਲ ਦਾ ਫਲ ਉਹਨੂੰ ਪ੍ਰਾਪਤ ਹੁੰਦਾ ਆ। ਜੇ ਆਪਾਂ ਥੋੜ੍ਹੀ ਬਹੁਤਾ ਸੰਗਤ ਦੇ ਉੱਤੇ ਧਿਆਨ ਦਈਏ ਕਿ ਸਾਡਾ ਮੋਸਟਲੀ ਟਾਈਮ ਕਿੱਥੇ ਸਪੈਂਡ ਹੁੰਦਾ ਆ, ਉਸੇ ਤਰੀਕੇ ਦੇ ਨਾਲ ਤੁਹਾਨੂੰ ਫਿਰ ਆਪਣੇ ਆਪ ਨੂੰ ਸਮਝਣਾ ਲੱਗ ਜਾਏ ਕਿ ਓਕੇ ਇਹ ਵਿਚਾਰ ਮੈਨੂੰ ਫਲਾਣੇ ਵਿੱਚੋਂ ਰਿਫਲੈਕਟ ਹੋ ਕੇ ਆ ਰਹੇ ਨੇ, ਇਹ ਖਿਆਲ ਫਲਾਣੇ ਵਿੱਚੋਂ। ਇਹੀ ਸਹੀ ਰੂਪ ਦੇ ਵਿੱਚ ਕਿਹਾ ਜਾਏ ਤਾਂ ਸਾਡੀ ਮੈਡੀਟੇਸ਼ਨ ਦੀ ਐਕਸਰਸਾਈਜ਼ ਹੈ। ਫਿਰ ਜੋ ਤੀਸਰਾ ਪੜਾਅ ਹੈ, ਤੀਸਰੀ ਖੁਰਾਕ, ਉਹ ਹੈ ਭਜਨ। ਭਜਨ ਬੰਦਗੀ ਜਿਹਨੂੰ ਅਸੀਂ ਕਈ ਵਾਰੀ ਸ਼ਬਦ ਵਿਚਾਰਦੇ ਹਾਂ ਨਾ ਵੀ ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਾਂ ਅਸੀਂ ਸ਼ਬਦ ਪੜ੍ਹਦੇ ਹਾਂ ਰੇ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮਨ ਨੂੰ ਹੀ ਕਿਹਾ ਜਾ ਰਿਹਾ ਹੈ ਤੇ ਮਨ ਨੂੰ ਹੀ ਦੱਸਿਆ ਜਾ ਰਿਹਾ ਹੈ ਵੀ ਰੇ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਮਨਾ ਹਰੀ ਨੂੰ ਧਿਆ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ। ਜਿੰਨੀ ਦੇਰ ਤੱਕ ਮਨ ਇਕਾਗਰ ਨਹੀਂ, ਮਨ ਕੰਸਨਟਰੇਟ ਨਹੀਂ ਉਸ ਲੈਵਲ ਤੇ ਕਰਦਾ, ਭਜਨ ਨਹੀਂ ਹੋ ਸਕਦਾ। ਜੇ ਬਿਮਾਰ ਮਾਨਿਆ ਉਹਨੂੰ ਆਤਮਿਕ ਤੌਰ ਤੇ ਤੁਸੀਂ ਬਹੁਤ ਉੱਚਿਆਂ ਨਹੀਂ ਲਿਜਾ ਸਕਦੇ, ਉਸਨੂੰ ਆਤਮਿਕ ਦੁਨੀਆ ਦਾ ਐਕਸਪੋਜ਼ਰ ਨਹੀਂ ਦਿਵਾ ਸਕਦੇ। ਸੋ ਇਸ ਲਈ ਜ਼ਰੂਰੀ ਹੈ ਇਸ ਲੈਵਲ ਤੇ ਕੰਮ ਕੀਤਾ ਜਾਏ, ਮਨ ਦੀ ਜਿਹੜੀ ਦੁਨੀਆ ਬਦਲੀ ਜਾਏ। ਹੁਣ ਜੇ ਮਨ ਦੀ ਦੁਨੀਆ ਬਦਲਣੀ ਹੈ ਤੇ ਕਿ ਭਾਈ ਉਹੋ ਜਿਹੀ ਸੰਗਤ, ਉਹੋ ਜਿਹਾ ਆਲਾ ਦੁਆਲਾ, ਉਹ ਚੀਜ਼ਾਂ ਤੁਹਾਨੂੰ ਲਿਆਉਣੀਆਂ ਪੈਣਗੀਆਂ। ਗੁਰਮਤਿ ਆਸ਼ੇ 'ਚ ਕਿਹਾ ਗਿਆ ਤੂੰ ਨਾ ਪੂਜਾ ਅਰਚਨਾ ਤੇ ਜ਼ੋਰ ਨਾ ਦੇ ਜ਼ਿਆਦਾ, ਤੂੰ ਬਹਿਰੂਨੀ ਵਿਖਾਵੇ ਤੇ ਕਰਮ ਕਾਂਡਾਂ ਤੇ ਜ਼ੋਰ ਨਾ ਦੇ ਜ਼ਿਆਦਾ, ਜ਼ੋਰ ਦੇ ਸੰਗਤ ਤੇ, ਜ਼ੋਰ ਦੇ ਇਸ ਰੂਪ ਦੇ ਵਿੱਚ ਕਿ ਜਿਹਦੇ ਨਾਲ ਤੇਰੇ ਜੀਵਨ ਦੇ ਵਿੱਚ ਰਿਐਲਿਟੀ ਦੇ ਵਿੱਚ ਪ੍ਰੈਕਟੀਕਲ ਸਾਈਡ ਤੋਂ ਤਬਦੀਲੀ ਆ ਸਕੇ। ਹੁਣ ਆ ਗੁਰੂ ਸਾਹਿਬ ਜੀ ਨੇ ਸ਼ਬਦ ਲਿਖਿਆ ਹੈਗਾ, ਇਹਦੇ 'ਚ ਸ਼ਬਦਾਂ ਦੇ ਜ਼ਰੀਏ ਰੱਬ ਦੀ ਤਸਵੀਰ ਬਣਾ ਰਹੇ ਨੇ। ਹੁਣ ਪੱਥਰ ਦਾ ਸਟੈਚੂ ਨਹੀਂ ਬਣਾ ਰਹੇ, ਲੱਕੜ ਦਾ ਸਟੈਚੂ ਨਹੀਂ ਬਣਾ ਰਹੇ, ਮਿੱਟੀ ਦਾ ਸਟੈਚੂ ਨਹੀਂ ਬਣਾ ਰਹੇ। ਉਹ ਤਾਂ ਲੋਕੀ ਬਣਾ ਕੇ ਹਜ਼ਾਰਾਂ ਸਾਲਾਂ ਤੋਂ ਪੂਜਦੇ ਰਹੇ। ਪਰ ਇਹ ਵੀ ਸੱਚਾਈ ਹੈ, ਇੱਕ ਮੂਰਤ, ਇੱਕ ਸੂਰਤ ਤੁਸੀਂ ਆਪਣੇ ਅੰਦਰ ਬਣਾਉਂਦੇ ਹੋ ਕਿਸੇ ਦੀ। ਬਾਣੀ ਕਹਿੰਦੀ ਆ ਰੱਬ ਦੀ ਮੂਰਤ ਬਣਾਉਂਦੇ ਆ। ਪਰ ਇਹ ਮੂਰਤ ਕਿਵੇਂ ਦੀ ਹੋਏਗੀ? ਛੋਟਾ ਜਿਹਾ ਭਾਵਪੂਰਤ ਗੱਲ ਹੋਰ ਕਹਿ ਦਿੰਦਾ, ਮੈਟਾਫੋਰ ਹੀ ਕਿਹਾ ਥੋੜ੍ਹੀ ਜੀ। ਇਹ ਲਿਖੀ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ। ਉਹਦੇ 'ਚ ਹੋਇਆ ਇਹ ਕਿ ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਬਹੁਤ ਤਰੀਕੇ ਨਾਲ ਬਾਤ ਲਿਖੀ ਕਿ ਇੱਕ ਵਾਰੀ ਮਨ ਵਿੱਚ ਖਿਆਲ ਆਇਆ ਕਿ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਕਿਹੋ ਜਿਹੇ ਹੋਣਗੇ, ਕਿਹੋ ਜਿਹਾ ਨੂਰ ਹੋਏਗਾ ਇਲਾਹੀ ਉਹਨਾਂ ਦੇ ਚਿਹਰੇ 'ਤੇ, ਉਹਨਾਂ ਦੇ ਉਸ ਰੁਖਸਾਰ 'ਤੇ, ਉਸ ਸਾਰੇ ਜਿਹੜਾ ਹੈਗਾ ਦਕਸ਼ ਕੈਸੇ ਹੋਣਗੇ। ਮੈਂ ਨਾ ਉਹ ਵੇਖਣੇ ਚਾਹੁੰਦਾ ਵਾ। ਉਹਦੇ ਵਾਸਤੇ ਮੈਂ ਆਰਟ ਸਿੱਖਦਾ ਹਾਂ। ਕਹਿੰਦੇ ਚਲੋ ਮੈਂ ਆਰਟ ਵੀ ਸਿੱਖ ਲਈ। ਆਰਟ ਸਿੱਖ ਕੇ ਸੋਚਿਆ ਹੁਣ ਮੈਂ ਉਹਨਾਂ ਦੀ ਸ਼ਕਲ ਬਣਾਉਣਾ ਆ। ਪਰ ਸ਼ਕਲ ਬਣਾਉਣ ਵਾਸਤੇ ਜਿਹਦੇ ਕੋਲੋਂ ਕਿਸੇ ਕੋਲੋਂ ਜਾਣਕਾਰੀ ਲੈ ਕੇ ਬਣਾ ਸਕਦਾ ਨਾ, ਕਿਹਨੂੰ ਪੁੱਛਾਂ? ਕਿਸੇ ਨੂੰ ਵੀ ਨਹੀਂ ਪਤਾ ਹੋਣਾ। ਫਿਰ ਖਿਆਲ ਆਇਆ ਨਹੀਂ ਐਕਚੁਅਲ ਲੈਵਲ 'ਤੇ ਸਰਸਾ ਦਰਿਆ ਨੂੰ ਤਾਂ ਸਾਰਾ ਹੀ ਪਤਾ ਹੋਣਾ, ਕਿਉਂਕਿ ਉੱਥੇ ਤਾਂ ਗੁਰੂ ਸਾਹਿਬ ਲੰਬਾ ਸਮਾਂ ਰਹੇ। ਉਹਦੇ ਦਰਿਆ ਦੇ ਕੰਢੇ ਗੁਰੂ ਸਾਹਿਬ ਨੇ ਨਗਰ ਵਸਾਇਆ, ਉਹਨੂੰ ਤਾਂ ਸਾਰਾ ਪਤਾ ਆ। ਉੱਥੇ ਤੇ ਮਹਾਰਾਜ ਜਦੋਂ ਗਏ ਵੀ ਨੇ ਅਨੰਦਪੁਰ ਸਾਹਿਬ ਦੇ ਵਿੱਚੋਂ ਲੰਘ ਕੇ ਗਏ ਨੇ। ਸੋ ਮੈਂ ਨਾ ਸਰਸਾ ਦਰਿਆ ਨੂੰ ਜਾ ਕੇ ਪੁੱਛਦਾ, ਮੇਰਾ ਕਲਗੀਆਂ ਵਾਲਾ ਸਰਬੰਸਦਾਨੀ, ਨੀਲੇ ਦਾ ਸ਼ਾਹ ਸਵਾਰ, ਉਹ ਦਸ਼ਮੇਸ਼ ਸਤਿਗੁਰੂ ਕੈਸਾ ਹੈ? ਕਹਿੰਦੇ ਹੁਣ ਕੀ ਹੈ? ਉੱਥੇ ਮੈਂ ਜਾ ਕੇ ਸਟੈਂਡ ਲਗਾ ਲਿਆ। ਸਟੈਂਡ ਦੇ ਉੱਤੇ ਜਿਹੜਾ ਆ ਪੇਪਰ ਲਗਾ ਲਿਆ, ਲਗਾ ਕੇ ਤੇ ਆਪਣੀ ਪੈਨਸਿਲ ਲਈ ਉਹਦੇ ਨਾਲ ਇੱਕ ਸਕੈਚ ਬਣਾਉਣਾ ਸ਼ੁਰੂ ਕੀਤਾ। ਬਣਾ ਲਿਆ ਸਕੈਚ ਆਪਣੇ ਮੁਤਾਬਕ, ਕੁਝ ਰੰਗ ਭਰ ਲਏ ਉਹਦੇ ਵਿੱਚ, ਭਰ ਕੇ ਕਿਹਾ ਹਾਂ ਐਵੇਂ ਦਾ ਕਲਗੀਆਂ ਵਾਲਾ ਪਾਤਸ਼ਾਹ ਹੋ ਸਕਦਾ ਆ ਜਿਹੋ ਜੇ ਮੈਂ ਉਹਦੇ ਨੂਰਾਨੀ ਚਿਹਰੇ ਨੂੰ ਅਹਿਸਾਸਦਾ ਆ। ਪਰ ਫਿਰ ਕਿਹਾ ਚਲੋ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਸਰਸਾ ਦਰਿਆ ਤੋਂ ਪੁੱਛਦੇ ਹਾਂ ਵੀ ਮੇਰਾ
ਦਸਮੇਸ਼ ਪਾਤਸ਼ਾਹ ਐਵੇਂ ਦੇ ਨਜ਼ਰ ਆਉਂਦਾ ਸੀ ਨਾ, ਉਹ ਪੇਪਰ ਚੱਕਿਆ, ਵਗਦੇ ਸਰਸਾ ਦੇ ਪਾਣੀ ਦੇ ਉੱਤੇ ਰੱਖ ਦਿੱਤਾ। ਸਰਸਾ ਦੱਸੇਂਗੀ ਮੈਨੂੰ ਮੇਰਾ ਪਾਤਸ਼ਾਹ ਐਵੇਂ ਦੇ ਦਿਸਦਾ ਸੀਗਾ? ਕੀ ਹੋਇਆ? ਉਹ ਪਾਣੀ ਰੋੜ ਕੇ ਲੈ ਗਿਆ ਉਹ ਪੇਪਰ। ਹੋ ਸਰਸਾ, ਮੈਨੂੰ ਤੇਰਾ ਜਵਾਬ ਪਤਾ ਲੱਗ ਗਿਆ, ਮੇਰਾ ਕਲਗੀਆਂ ਵਾਲਾ ਐਵੇਂ ਦਾ ਨਹੀਂ ਸੀਗਾ, ਮੈਂ ਦੁਬਾਰਾ ਬਣਾਉਣਾ। ਫਿਰ ਬਣਾਉਣ ਲੱਗ ਗਏ, ਫਿਰ ਬਣਾਇਆ ਪੇਪਰ, ਬਣਾ ਕੇ ਚੱਕਿਆ, ਚੱਕ ਕੇ ਫਿਰ ਰੱਖਤਾ, ਲੈ ਫੜ। ਆ ਤੇ ਮੇਰੇ ਕਲਗੀਆਂ ਵਾਲੇ ਹੀ ਹੋਣਗੇ ਨਾ, ਮੇਰੇ ਦਸ਼ਮੇਸ਼ ਸਤਿਗੁਰੂ ਦੀ ਨੁਹਾਰ ਐਵੇਂ ਦੀ ਹੋਏਗੀ। ਉਹ ਫਿਰ ਪੇਪਰ ਰੋੜ ਕੇ ਲੈ ਗਿਆ ਦਰਿਆ। ਸਵੇਰ ਤੋਂ ਸ਼ਾਮ ਪੈ ਗਈ, ਇੱਕ ਤੋਂ ਬਾਅਦ ਇੱਕ ਪੇਪਰ ਬਣੀ ਗਿਆ, ਬਣਾਈ ਗਿਆ, ਰੱਖੀ ਗਿਆ। ਕਹਿੰਦੇ ਅਖੀਰ ਦੇ ਚ ਲਾਸਟ ਤੇ ਜਾ ਕੇ ਮੈਂ ਜਦੋਂ ਹਨੇਰਾ ਪੈਣ ਲੱਗਾ ਤੇ ਮੈਂ ਹੱਸ ਪਿਆ ਤੇ ਹੱਸ ਕੇ ਕਿਹਾ, ਸਰਸਾ ਮੈਨੂੰ ਤੇਰਾ ਜਵਾਬ ਪਤਾ ਲੱਗ ਗਿਆ। ਹੁਣ ਪਤਾ, ਤੂੰ ਮੈਨੂੰ ਦੱਸ ਦਿੱਤਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਕਿਵੇਂ ਦਾ ਦਿਸਦਾ ਸੀਗਾ, ਉਹਦਾ ਉਹ ਨੂਰਾਨੀ ਨੂਰੀ ਉਹ ਦਰਸ਼ਨ, ਉਹ ਚਿਹਰਾ ਮੋਹਰਾ ਕਿਵੇਂ ਦਾ ਹੋਏਗਾ। ਸਰਸਾ ਮੈਨੂੰ ਤੂੰ ਦੱਸ ਦਿੱਤਾ, ਤੂੰ ਵੀ ਨਹੀਂ ਦੱਸ ਸਕਦੀ ਉਹਦਾ ਕੈਸਾ ਚਿਹਰਾ ਮੋਹਰਾ ਸੀਗਾ। ਮੈਨੂੰ ਤੇਰਾ ਜਵਾਬ ਪਤਾ ਲੱਗ ਗਿਆ। ਹੁਣ ਇਹ ਗੱਲ ਕੀ ਹੈ? ਕਿਸੇ ਤਰ੍ਹਾਂ ਦੀ ਵੀ ਜਿਹੜੀ ਸਟੈਚੂ ਵਰਸ਼ਿਪ ਕਰਨ ਦੀ ਬਾਤ ਆ, ਉਸ ਤੋਂ ਸਾਨੂੰ ਬਾਹਰ ਕੱਢਿਆ। ਅਜੇ ਵੀ ਸਾਡੇ ਘਰਾਂ ਦੇ ਸਾਡੇ ਆਲੇ ਦੁਆਲੇ ਤੁਹਾਨੂੰ ਇਹੋ ਜਿਹੇ ਕੈਲੰਡਰ, ਫੋਟੋਆਂ ਟੰਗੀਆਂ ਮਿਲ ਜਾਣਗੀਆਂ। ਸਿੱਖੀ ਦੇ ਵਿੱਚ ਬਿਲਕੁਲ ਕੋਈ ਇਹਦਾ ਥਾਂ ਨਹੀਂ ਹੈ। ਹਾਂ, ਮਿਊਜ਼ੀਅਮ ਬਣਾਓ, ਹਿਸਟਰੀ ਨੂੰ ਪੋਰਟਰੇਟ ਕਰੋ ਸਮਝਣ ਵਾਸਤੇ, ਪੂਜਾ ਨਹੀਂ। ਨਮਸਕਾਰ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੈ, ਪੂਜਾ ਅਕਾਲ ਦੀ ਹੈ। ਇਹ ਸਾਡੇ ਬਿਲਕੁਲ ਕਲੀਅਰ ਹੈ, ਕ੍ਰਿਸਟਲ ਕਲੀਅਰ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ। ਦੀਦਾਰ ਕਰਨਾ ਹੈ ਖਾਲਸੇ ਦਾ, ਤਿਆਰ ਬਰ ਤਿਆਰ। ਇਸ ਕਰਕੇ ਬਾਣੇ ਦੀ ਬਾਤ ਬਹੁਤ ਜ਼ਿਆਦਾ ਆਉਂਦੀ ਹੈ ਇਸ ਰੂਪ ਦੇ ਵਿੱਚ, ਬਾਣੀ ਦੇ ਨਾਲ, ਕਿਉਂਕਿ ਕਮਿਊਨਿਟੀ ਤੌਰ 'ਤੇ ਸਾਨੂੰ ਖਾਲਸਾ ਕਮਿਊਨਿਟੀ ਤੌਰ 'ਤੇ ਬਿਲਡ ਕੀਤਾ ਹੈ। ਹੁਣ ਬਾਤ ਕਰੀਏ, ਪਰ ਫਿਰ ਵੀ ਜਿਸ ਰੱਬ ਦੀ ਗੱਲ ਕਰਦੇ ਹਾਂ, ਉਹ ਰੱਬ ਕੈਸਾ ਹੋਏਗਾ, ਉਹ ਰੱਬ ਦਾ ਕਿਹੋ ਜਿਹਾ ਹਾਵ ਭਾਵ ਹੋਏਗਾ, ਇਹ ਫਿਰ ਉਹਦੇ ਗੁਣਾਂ ਦੀ ਗੱਲ ਆ ਜਾਏਗੀ ਸਾਰੀ। ਜਦੋਂ ਗੁਣਾਤਮਕ ਪੱਖ ਤੋਂ ਦੀ ਤਸਵੀਰ ਗੁਰੂ ਸਾਹਿਬ ਬਣਾਉਂਦੇ ਨੇ, ਫਿਰ ਉਹਦੇ 'ਚ ਆਹ ਸ਼ਬਦ ਜਿਹੜਾ ਹੈ ਬਿਆਨ ਕਰਦੇ ਵੀ ਉਸ ਰੱਬ ਦੀ ਤਸਵੀਰ ਖਿੱਚ ਰਹੇ ਨੇ ਗੁਰੂ ਅਰਜਨ ਸਾਹਿਬ। ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਵੇਂ ਸਪੋਜ਼ ਅਸੀਂ ਜਦੋਂ ਕੋਈ ਫੈਮਿਲੀ ਲਾਈਫ ਸ਼ੁਰੂ ਕਰਦੇ ਹਾਂ, ਅਤੇ ਫੈਮਿਲੀ ਲਾਈਫ ਦੇ ਵਿੱਚ ਆਪਣਾ ਤੁਸੀਂ ਕੋਈ ਕੰਪੈਨੀਅਨ ਲੱਭ ਰਹੇ ਹੋ ਇਹਨਾਂ ਸਮਾਜਾਂ ਦੇ ਵਿੱਚ। ਹਾਲਾਂਕਿ ਪੁਰਾਣੇ ਸਮਾਜ, ਸਾਰਾ ਫੋਕਲੋਰ ਪੜ੍ਹ ਕੇ ਵੇਖ ਲਓ, ਲੋਕ ਕਾਫੀਆਂ ਦੇ ਵਿੱਚ ਕਿਤੇ ਲੜਕੀ ਆਪਣੀ ਮਾਂ ਨੂੰ ਕਹਿ ਰਹੀ ਹੈ, ਮਾਂ ਮੇਰੇ ਵਾਸਤੇ ਇਹੋ ਜਿਹਾ ਵਰ ਟੋਲੀ ਜਿਹਦੇ 'ਚ ਆ ਗੁਣ ਹੋਣ। ਕਿਤੇ ਬੰਦਾ ਇਸ ਕਿਸਮ ਦੀ, ਤੇ ਬਾਤ ਛੱਡੋ ਕਿਸੇ ਹੋਰ ਦੀ, ਸ਼ਬਦ ਬਾਣੀ 'ਚ ਆ ਜਾਈਏ। ਭਗਤ ਧੰਨਾ ਜੀ ਦਾ ਪੂਰਾ ਸ਼ਬਦ ਹੈ, ਆਪਨੇ ਜ਼ਰੂਰ ਕਿਤੇ ਨਾ ਕਿਤੇ ਪੜ੍ਹਿਆ ਸੁਣਿਆ ਨਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ। ਕਿਆ ਦਾਲ ਸੀਧਾ ਮਾंगू कियो हमरा खुशी करन त जियो। पनिया छादन नीका अनाज मांगू सत्सी का गऊं। भैंस मांगू लावेरी एक ताजन तुरी चंगेरी। कर की गेहन चंगी जन तन्ना लेवै मंगी। मेरा पार्टनर किवें दा होए, मेरी कंपैनियनशिप जिथे जाके जुड़नी है वो किहो जिहे इंडिविजुअल मैं लभ रहा। कर की गेहन चंगी, कोई चंगा इंडिविजुअल मेरा लाइफ पार्टनर बने। मतलब एक तसव्वुर किया जाता अपने जहन दे विच। जदों आपां एक जिंदगी का कुछ समा तो निकल गया होंदा ना, कोई 20-25 साल बंदा उम्र दे गुजार चुका है, 25 साल तो बाद वाला सफ़र बंदा किसी नाल बतीत करना चाहता, हम सफ़र बन के ਉਹਦੇ ਬਾਰੇ ਤਸੱਵੁਰ ਕਰਦੇ ਹਾਂ, ਇਮੈਜਿਨ ਕਰਦੇ ਹਾਂ, ਪਰਸੈਪਸ਼ਨ ਬਣਾਉਂਦੇ ਹਾਂ, ਉਹਦੇ ਬਾਰੇ ਰਾਵਾਂ ਕੱਢਦੇ ਹਾਂ, ਫਿਰ ਕਹਿੰਦੇ ਹਾਂ ਐਵੇਂ ਦਾ ਚਾਹੀਦਾ, ਇਸ ਤਰੀਕੇ ਦਾ ਹੋਏ। ਜਿਸ ਨੂੰ ਇਸ਼ਟ ਥਾਪਣਾ ਆ ਉਹਦੇ ਬਾਰੇ ਵੀ ਤਸੱਵੁਰ ਕਰੋ। ਹੁਣ ਗੁਰੂ ਬਿਲਕੁਲ ਬਾਣੀ 'ਚ ਆ ਜਾਓ ਫਿਰ ਦੁਬਾਰਾ। ਮਹਾਰਾਜ ਬਿਆਨ ਕਰਦੇ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਪਹਿਲਾਂ ਵਸਤ ਸਿੰਜਾਣ ਕੈ ਤਾਂ ਕੀਚੈ ਵਪਾਰ। ਜਦੋਂ ਕਿਸੇ ਚੀਜ਼ ਦਾ ਵਪਾਰ ਕਰਨਾ ਹੋਏ ਨਾ, ਖਰੀਦੋ ਫਰੋਖਤ ਕਰਨੀ ਹੋਏ, ਬੰਦਾ ਕੋਈ ਵੀ ਚੀਜ਼ ਹੈ, ਸਪੋਜ਼ ਕਰੋ ਤੁਸੀਂ ਕੋਈ ਪੈਟ ਲੈਣ ਲਈ ਜਾਂਦੇ ਹੋ, ਇਹਨਾਂ ਸਮਾਜਾਂ ਦੇ ਵਿੱਚ people treat pet like a family member, and when they really want to incorporate any kind of pet in their family environment, they try to do their you can say research,
They try to research what kind of pet I need, what kind of household I have, how can I actually manage any pet in my this given environment. So ਸਾਰੇ ਬਾਰੇ ਪੂਰੀ ਗੱਲ ਕਰਦਾ। ਹੁਣ ਦਾ এনवायरमेंट ਜਿਹੜਾ ਹੈਗਾ ਉਹ ਜਿਹੋ ਜਿਹੇ ਪੈਟ ਨੂੰ ਅਲਾਓ ਕਰਦਾ, ਜਿਹੋ ਜਿਹਾ ਉਸ ਨੂੰ ਉਸੇ ਕਿਸਮ ਦੀ ਉਹ ਚੀਜ਼ ਲੱਭ ਲੈਂਦਾ, ਖੋਜ ਲੈਂਦਾ। ਫਿਰ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਨਾ, ਐਕਚੁਅਲ ਲੈਵਲ 'ਤੇ ਇਨਸਾਨ ਦੇ ਵਿੱਚੋਂ ਇਨਸਾਨੀਅਤ ਖਿਰ ਰਹੀ ਹੈ। ਇਨਸਾਨੀਅਤ ਦੀ ਵਾਪਸੀ ਹੋਏ ਕਿਸੇ ਤਰੀਕੇ ਨਾਲ ਵੀ ਹੋਏ, ਗੁਰਮਤਿ ਇਹ ਕਹਿੰਦੀ ਹੈ। ਰੱਬ ਦੇ ਤਸੱਵੁਰ ਵਿੱਚੋਂ ਇਨਸਾਨੀਅਤ ਵਾਪਸ ਹੋ ਸਕਦੀ ਹੈ। ਮੈਂ ਤਾਂ ਖੁਦ ਇਨਵੋਲਵ ਹਾਂ ਕਾਫੀ ਲੰਬੇ ਸਮੇਂ ਤੋਂ ਪ੍ਰਿਜ਼ਨਸ ਦੇ ਨਾਲ। ਉੱਥੇ ਅਸੀਂ ਕਰੈਕਸ਼ਨਲ ਸਰਵਿਸਿਜ਼ ਦੇ ਵਿੱਚ ਸਪਿਰਿਚੁਅਲਿਟੀ ਦੇ ਉੱਤੇ ਕੰਮ ਕਰਦੇ ਹਾਂ। ਹੁਣ ਆਪ ਅੰਦਾਜ਼ਾ ਲਾਓ, ਲੀਗਲ ਸਿਸਟਮ ਨੂੰ ਚਲਾਉਣ ਵਾਲੇ ਜਿਨ੍ਹਾਂ ਨੇ ਕਿਸੇ ਨੂੰ ਪਨਿਸ਼ਮੈਂਟ ਦੇ ਤੌਰ 'ਤੇ ਬਿਹਾਈਂਡ ਦਾ ਬਾਰਸ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ, ਰੱਖਿਆ ਹੈਗਾ, ਉਹਨਾਂ ਦਾ ਧਰਮ ਨਾਲ ਕੀ ਮਤਲਬ ਹੈ? ਉਹ ਤਾਂ ਲੀਗਲ ਟਰਮਨੋਲੋਜੀ ਯੂਜ਼ ਕਰਨ। ਪਰ ਪਤਾ ਹੈ ਉਹਨਾਂ ਨੂੰ, ਇਹਨਾਂ ਨੂੰ ਜਿਹਨਾਂ ਨੂੰ ਬਿਠਾਇਆ ਇੱਥੇ ਸਾਰੀ ਉਮਰ ਨਹੀਂ ਬਿਠਾ ਸਕਦੇ। ਪਤਾ ਕਿੰਨਾ ਟੈਕਸ ਪੇਅਰ ਦਾ ਪੈਸਾ ਖਰਚ ਹੁੰਦਾ ਉਹਦੇ 'ਤੇ। ਪਤਾ ਕਿੱਡੀਆਂ ਮੁਸ਼ਕਿਲ ਨੇ। ਆ ਕੋਵਿਡ-19 ਦੇ ਵਿੱਚ ਹੀ ਹਾਲਤ ਇਹ ਬਣੀ ਪਈ ਹੈ ਵੀ ਉੱਥੇ ਕਿਤੇ ਕੋਈ ਕਿਸੇ ਕਿਸਮ ਦਾ ਜਿਹੜਾ ਐਕਸਪੋਜ਼ਰ ਨਾ ਹੋ ਜਾਏ ਕੋਵਿਡ-19 ਦਾ। ਇਸ ਪਾਪੂਲੇਸ਼ਨ ਨੂੰ ਬਚਾਉਣਾ ਆ, ਇਹਨਾਂ ਨੂੰ ਇੰਜੈਕਸ਼ਨ ਪਹਿਲਾਂ ਦੇਣੇ ਆ, ਬਾਅਦ ਵਿੱਚ ਦੇਣੇ ਆ। ਅਜੀਬ ਤਰ੍ਹਾਂ ਦੀ ਇੰਨੀ ਹਾਲਤ ਇਸ ਕਿਸਮ ਦੀ ਬਣੀ ਪਈ ਹੈ। ਹੈਲਦੀ ਸੁਸਾਇਟੀ ਉਹ ਹੈ ਜਿਹਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਏ। ਮਤਲਬ ਕੋਈ ਇਸ ਕਿਸਮ ਦੀ ਜਿਹੜੀ ਜੇਲਾਂ ਵਗੈਰਾ ਦੀ ਆਵਸ਼ਕਤਾ ਹੀ ਨਾ ਪਏ। ਪਰ ਅਲਟੀਮੇਟਲੀ ਸੁਸਾਇਟੀ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਜਾਂਦੇ ਕਿ ਸਾਨੂੰ ਕੁਝ ਇਹੋ ਜਿਹਾ ਮਨੁੱਖਾਂ ਦਾ ਇੱਕ ਹਿੱਸਾ ਮਿਲਦਾ ਜਿਹਨੂੰ ਸੁਸਾਇਟੀ ਉਸ ਲੈਵਲ 'ਤੇ ਆਪਣੇ ਨਾਲ ਤੋਰ ਨਹੀਂ ਸਕਦੀ। ਉਹਨਾਂ ਨੂੰ ਸੋਸ਼ਲ ਸਟਰਕਚਰ ਤੋਂ ਐਂਟੀ ਸੋਸ਼ਲ ਐਲੀਮੈਂਟ ਕਹਿ ਕੇ ਬਾਹਰ ਕੱਢ ਦਿੱਤਾ ਜਾਂਦਾ। ਹੁਣ ਉਹਨਾਂ ਨੂੰ ਉੱਥੇ ਬੰਦ ਕਰ ਦਿੱਤਾ। ਭਾਈ ਤੁਹਾਨੂੰ ਬੰਦ ਕਿੰਨੀ ਦੇਰ ਰੱਖਾਂਗੇ? ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ। ਹੁਣ ਆਖਰਕਾਰ ਇਹਨੂੰ ਬਾਹਰ ਕੱਢਣਾ ਅਤੇ ਬਾਹਰ ਕੱਢਾਂਗੇ ਬੈਟਰ ਹਿਊਮਨ ਬਣਾ ਕੇ, ਜਾਂ ਹਿਊਮੈਨਿਟੀ ਇਸ ਦੇ 'ਚ ਹਿਊਮਨ ਕੁਆਲਿਟੀ ਜਿਹੜੀ ਆ ਉਹਨਾਂ ਦੀ ਉਹ ਜਿਹੜੀ ਲੋਸਟ ਹੋ ਗਈ, ਵਾਪਸੀ ਕਰਾ ਕੇ ਉਸ ਰੂਪ ਦੇ ਵਿੱਚ ਮਨੁੱਖ ਵਿੱਚੋਂ ਮਨੁੱਖ ਖਿਰ ਗਿਆ ਆ। ਮਨੁੱਖ ਨੂੰ ਮਨੁੱਖ ਦੇ ਨਾਲ ਜੋੜਿਆ ਜਾਏ, ਮਨੁੱਖੀ ਗੁਣਾਂ ਨਾਲ ਜੋੜਿਆ ਜਾਏ। ਇੱਕ ਚੀਜ਼ ਹੋਰ ਐਡ ਕਰ ਦਿੰਦਾ ਵਾਂ, ਇਹ ਗੁਰਮਤਿ ਦਾ ਤਸੱਵੁਰ ਬਹੁਤ ਮਹੀਮ ਵੀ ਹੈ। ਮਤਲਬ ਬੜਾ ਜਿਹਨੂੰ ਕਹਿ ਲਓ ਕਿ ਇਟਸ ਵੈਰੀ ਕਾਈਂਡ ਆਫ ਫਿਲਾਸਫੀਕਲ, ਵੈਰੀ ਡੀਪ। ਇਸ ਕਰਕੇ ਜਿਵੇਂ ਜਿਵੇਂ ਅਸੀਂ ਇਹਦੇ ਨਾਲ ਕਨੈਕਟ ਕਰਾਂਗੇ ਆਪਣੇ ਆਪ ਨੂੰ, ਸਾਨੂੰ ਸ਼ਾਇਦ ਚੀਜ਼ਾਂ ਸਮਝ ਆਉਣਗੀਆਂ। ਮੈਂ ਬਚਨ ਕਹਿਣ ਲੱਗਾ ਸੀ ਗੁਰੂ ਨਾਨਕ ਸਾਹਿਬ ਬਾਰੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ। ਬਾਬਾ ਜੀ ਤੁਹਾਨੂੰ ਅਸੀਂ, ਕੋਈ ਕਹਿੰਦਾ ਸਤਿਗੁਰੂ ਨਾਨਕ ਦੇਵ, ਕੋਈ ਕਹਿੰਦਾ ਸਤਿਗੁਰੂ ਨਾਨਕ ਪਾਤਸ਼ਾਹ, ਕੋਈ ਕਹਿੰਦਾ ਧੰਨ ਧੰਨ ਗੁਰੂ ਨਾਨਕ ਸਾਹਿਬ। ਸਾਡੇ ਕੋਲ ਆਪਾਂ ਆਪਣੇ ਲਫ਼ਜ਼ ਨੇ ਗੁਰੂ ਨਾਨਕ ਸਾਹਿਬ ਨੂੰ ਰਿਸਪੈਕਟ ਪੇ ਕਰਨ ਵਾਸਤੇ। ਬਾਬਾ ਨਾਨਕ ਜੀ ਨੂੰ ਕੋਈ ਲਾਮਾ ਨਾਨਕ ਵੀ ਕਹਿ ਦਿੰਦਾ, ਕੋਈ ਹਜ਼ਰਤ ਨਾਨਕ ਸ਼ਾਹ ਵੀ ਕਹਿ ਦਿੰਦਾ। ਮਤਲਬ ਇਸ ਕਿਸਮ ਦੇ ਲਫ਼ਜ਼ ਨੇ। ਕੋਈ ਔਧੂ ਨਾਨਕ, ਬਹੁਤ ਵੱਡੇ ਜੋਗੀ ਨੇ ਗੁਰੂ ਨਾਨਕ ਸਾਹਿਬ, ਇਹ ਵੀ ਕਹਿ ਕੇ ਬੁਲਾਉਂਦੇ ਨੇ। ਬਾਬਾ ਜੀ ਜਦੋਂ ਤੁਸੀਂ ਸੰਸਾਰ ਵਿੱਚ ਵਿਚਰਦੇ ਸੀਗੇ, ਲੋਕ ਤੁਹਾਨੂੰ ਕਿਵੇਂ ਬੁਲਾਉਂਦੇ ਸੀਗੇ? ਤੁਸੀਂ ਦੱਸ ਦਿਓ ਸਾਨੂੰ। ਤੇ ਬਾਬਾ ਜੀ ਨੇ ਬਾਣੀ 'ਚ ਇਹ ਸ਼ਬਦ ਲਿਖਿਆ, ਮਹਾਰਾਜ ਕਹਿੰਦੇ ਹਾਂ ਬੁਲਾਉਂਦੇ ਸੀ, ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ। ਕੋਈ ਕਹਿੰਦਾ ਸੀ ਭੂਤਨਾ ਹੈ, ਕੋਈ ਕਹਿੰਦਾ ਸੀ ਬੇਤਾਲਾ ਹੈ। ਕਿਸੇ ਵਿਰਲੇ ਨੂੰ ਗੁਰੂ ਨਾਨਕ ਇਨਸਾਨ ਵੀ ਲੱਗਦਾ ਸੀਗਾ। ਇਹ ਇਨਸਾਨ ਕਿਉਂ? ਕਿਉਂਕਿ ਇਨਸਾਨੀਅਤ ਦੀ ਗੱਲ ਕਰਦਾ ਹੈ, ਮਨੁੱਖਤਾ ਦੀ ਗੱਲ ਕਰਦਾ ਹੈ। ਮਨੁੱਖ ਦੀ ਮਨੁੱਖ ਦੇ ਤੌਰ 'ਤੇ ਵਾਪਸੀ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ। ਘਰਾਂ ਦੇ ਵਿੱਚ ਹੋਰ ਇਹਨੂੰ ਸਰਲ ਕਰ ਦਿੰਦਾ ਵਾਂ, ਕੋਈ ਪਿਤਾ ਦੇ ਰੋਲ ਵਿੱਚ ਹੈ, ਬੱਚਾ ਸੁਸਾਇਟੀ 'ਚ ਵਿਚਰਦਾ ਹੈ, ਕੰਪੇਅਰ ਕਰਦਾ ਹੈ। ਇਹ ਕੋਲ ਪਿਤਾ ਦਾ ਰੋਲ ਤੇ ਹੈ ਪਰ ਗੁਣ ਨਹੀਂ ਹੈ, ਬੜੀ ਸਮੱਸਿਆ। ਕੋਈ ਹਸਬੈਂਡ ਦੇ ਰੋਲ ਵਿੱਚ ਹੈ, ਹਸਬੈਂਡ ਤੇ ਹੈ ਪਰ ਹਸਬੈਂਡ ਵਾਲੇ ਗੁਣ ਨਹੀਂ ਹੈ। ਕੋਈ ਵਾਈਫ ਦੇ ਰੋਲ ਵਿੱਚ ਹੈ, ਕੋਈ ਔਲਾਦ ਦੇ ਰੋਲ ਵਿੱਚ ਹੈ। ਇਹ ਸਾਰੇ 'ਚ ਕਮੀ ਕਿਉਂ ਹੈ? ਕਿਉਂਕਿ ਜਿਹੜਾ ਇਨਸਾਨੀ ਰੋਲ ਹੈ ਉਹ ਪ੍ਰੋਪਰ ਪਲੇ ਨਹੀਂ ਕਰ ਪਾ ਰਿਹਾ। ਗੁਰੂ ਸਾਹਿਬ ਨੇ ਕਿਹਾ ਆਓ ਤੁਹਾਡਾ ਇਸ਼ਟ ਬਣਾਈਏ, ਜਿਸ ਇਸ਼ਟ ਨੂੰ ਤੁਸੀਂ ਪੂਜਣਾ ਆ, ਪੂਜਾ ਅਕਾਲ ਦੀ।
ਰੱਬ ਕੈਸਾ ਹੋਏਗਾ, ਕਿਹੋ ਜੀ ਤਸਵੀਰ ਰੱਬ ਦੀ ਉਸਾਰਾਂਗੇ। ਪੱਥਰ ਸੰਗੇ ਮਰਮਰ ਦੀ ਤੇ ਬਣਾ ਨਹੀਂ ਸਕਦੇ, ਕਿਉਂਕਿ ਅਲਾਓ ਨਹੀਂ ਹੈਗਾ, ਨਾ ਲੋੜ ਆ ਉਹਦੀ। ਫਿਰ ਤੇ ਖਿਆਲਾਂ ਦੀ, ਆਪਣੇ ਅੰਦਰ ਦੀ ਉਸ ਦੁਨੀਆ ਵਿੱਚ ਸਿਰਜੋਗੇ ਨਾ ਜਿਹਦੇ 'ਚ ਇਮੈਜੀਨੇਸ਼ਨ ਹੁੰਦੀ ਹੈ, ਤੇ ਉਹਦੇ ਵਿੱਚ ਕੋਈ ਸ਼ਕਲੋ ਸੂਰਤ ਦਾ ਚਿੱਤਰਣ ਨਹੀਂ ਹੈ, ਗਲੈਮਰਾਈਜ਼ ਨਹੀਂ ਕੀਤਾ ਗਿਆ ਉਸਨੂੰ, ਉਸ ਰੂਪ ਦੇ ਵਿੱਚ ਸ਼ਕਲ ਸੂਰਤ ਬਣਾ ਕੇ, ਨੱਕ ਅੱਖ ਮੂੰਹ ਬਣਾ ਕੇ। ਉਹਦੀ ਫਿਰ ਸੀਰਤ ਦੀ ਗੱਲ ਆ, ਉਹਦੇ ਕਰੈਕਟਰ ਦੀ ਗੱਲ ਆ, ਉਹਦੇ ਗੁਣਾਂ ਦੀ ਗੱਲ ਆ। ਮਹਾਰਾਜ ਬਿਆਨ ਕਰਦੇ, ਮੇਰਾ ਰੱਬ ਗੁਣਾਂ ਦਾ ਮੁਜੱਸਮ ਹੈ, ਤੇ ਆਓ ਮੈਂ ਤੁਹਾਨੂੰ ਉਹਦੇ ਗੁਣ ਕੁਝ ਗਿਣਾਉਣਾ ਵਾ। ਇਹ ਉਹ ਗੁਣ ਹੈ ਜਿਹੜਾ ਇਨਸਾਨ ਇਨਸਾਨੀ ਜੀਵਨ ਵਿੱਚ ਹੰਢਾ ਸਕਦਾ ਤੇ ਜਿਹਨੂੰ ਹੰਡਾਉਣਾ ਚਾਹੀਦਾ। ਪਹਿਲਾ ਬਚਨ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜਾ ਮੇਰਾ ਸੁਆਮੀ ਸੱਜਣ ਹੈ ਨਾ, ਉਹਦਾ ਪਹਿਲਾ ਗੁਣ ਇਹ ਹੈ, ਉਹ ਮਿੱਠ ਬੋਲੜਾ ਆ। ਇਹਨੂੰ ਇੱਕ ਲੈਵਲ ਤੇ ਹੋਰ ਦੇਖ ਲੈਣਾ। 3 ਲਫ਼ਜ਼ ਨੇ ਜਿਹਨੂੰ ਅਸੀਂ ਸੱਭਿਆਚਾਰ ਕਹਿੰਦੇ ਆ ਨਾ। ਐਕਚੁਅਲੀ ਸੱਭਿਆਚਾਰ ਇਟਸੈਲਫ carries at least these 3 important components. Very first is dastar, second one is guftar, third one is raftar. ਜਿਹੜੀ ਪਹਿਲੀ ਚੀਜ਼ ਆ, ਇਹਦੇ ਚੋਂ ਸੱਭਿਆਚਾਰ ਬਣਦਾ ਹੈ। ਦਸਤਾਰ we sometimes actually think it's just only turban, not only turban, physical appearance ਪੂਰੀ ਦੀ ਪੂਰੀ। ਤੁਸੀਂ ਬਾਹਰੋਂ ਦੇਖ ਕੇ ਫਿਜ਼ੀਕਲ ਅਪੀਅਰੈਂਸ, ਕੱਪੜੇ ਪਾਉਣ ਤੋਂ ਲੈ ਕੇ ਸਰੀਰ ਦਾ ਸਾਰੇ ਦਾ ਸਾਰਾ ਰੰਗ ਟੰਗ ਸੁਡੋਲਤਾ ਸਭ ਇੱਥੋਂ ਪਤਾ ਲੱਗ ਸਕਦੇ ਹੋ ਇਹ ਕਿਹੋ ਜਿਹੇ ਕਲਚਰ 'ਚੋਂ ਆ ਰਹੇ ਲੋਕ ਨੇ। ਇਹ ਸਿੱਧੀ ਆਈਡੈਂਟੀਫਿਕੇਸ਼ਨ ਹੁੰਦੀ ਇਸ ਚੀਜ਼ ਦੀ। ਜਦੋਂ ਐਂਥਰੋਪੋਲੋਜਿਸਟ ਸਟੱਡੀ ਕਰਦੇ ਨੇ, ਪਹਿਲਾਂ ਉਹ ਦਸਤਾਰ, ਫਿਜ਼ੀਕਲ ਅਪੀਅਰੈਂਸ ਸਾਰੇ ਦੀ ਸਾਰੀ ਇਹ ਸਟੱਡੀ ਕਰਦੇ ਨੇ। ਇੱਥੋਂ ਪਤਾ ਲੱਗਦਾ ਕੀ ਚੀਜ਼ ਦੀ ਸਟੱਡੀ ਕਰਨ ਲੱਗੇ ਆ। ਫਿਰ ਸੈਕਿੰਡ ਚੀਜ਼ ਜਿਹੜੀ ਹੈ, ਜਦੋਂ ਥੋੜ੍ਹਾ ਡੀਪ ਲੈਵਲ 'ਤੇ ਜਾਂਦੇ ਨੇ, ਫਿਰ ਹੈਗੀ ਹੈ ਗੁਫਤਾਰ। ਗੁਫਤਾਰ ਹੁੰਦੀ ਹੈ ਗੁਫਤਗੂ, ਜ਼ਬਾਨ, ਲੈਂਗੁਇਸਟਿਕ ਸਾਈਡ, ਭਾਸ਼ਾ। ਤੇ ਭਾਸ਼ਾ ਵੈਸੇ ਤਾਂ ਮਤਲਬ ਕੁਝ ਸਾਊਂਡ ਹੀ ਨੇ ਡਿਫਰੈਂਟ ਕਿਸਮ ਦੇ। ਤੁਸੀਂ ਲੈਂਗੁਇਸਟਿਕਸ ਦੇਖਦੇ ਹੋਵੋਗੇ, ਅਸੀਂ ਕੁਝ ਲੋਕ ਜ਼ਿਆਦਾ ਜਿਹੜਾ ਹੈਗਾ ਆ ਲਿਪਸ ਐਮਫਸਾਈਜ਼ ਕਰਕੇ ਸਾਊਂਡ ਕੱਢਦੇ ਨੇ, ਕੁਝ ਥੋੜ੍ਹੇ ਦੰਦਾਂ ਦੇ ਪਿੱਛੇ ਬੋਡੀ ਸਾਊਂਡ ਕੱਢਦੇ ਨੇ, ਕੁਝ ਬਿਲਕੁਲ ਗਲੇ ਦੇ ਵਿੱਚੋਂ, ਜਿਵੇਂ ਮਤਲਬ ਫਾਰਸੀ, ਉਰਦੂ ਜਾਂ ਅਰਬੀ ਬੋਲਣ ਵਾਲੇ ਬਹੁਤ ਪਿੱਛੇ ਖਾ ਕਰਕੇ ਬੋਲਦੇ ਨੇ ਇਸ ਰੂਪ ਦੇ ਵਿੱਚ। ਸੋ ਇਹ ਇਸ ਤਰੀਕੇ ਨਾਲ ਹੁੰਦੇ ਹੈ ਦੇ ਸਾਊਂਡ ਹੀ ਨੇ, ਪਰ ਉਹਨਾਂ ਸਾਊਂਡਸ ਨੂੰ ਇਕੱਲਿਆਂ ਨਹੀਂ ਦੇਖਿਆ ਜਾਂਦਾ। ਐਕਚੁਅਲ ਲੈਵਲ 'ਤੇ ਉਸ ਭਾਸ਼ਾ ਦੇ ਵਿੱਚ ਜਿਹੜੇ ਲੋਕ ਵਿਚਰ ਰਹੇ ਨੇ, ਉਹਨਾਂ ਦੇ ਉਸ ਬੋਲਣ ਦੇ ਪਿੱਛੇ ਭਾਵ ਕੀ ਹੈ। ਭਾਵ ਦਾ ਮਤਲਬ ਅਰਥ ਨਹੀਂ, ਲਹਿਜ਼ਾ, ਜਿਹੜੀ ਐਕਚੁਅਲੀ ਉਹਨਾਂ ਦੀ ਇੰਟਿਊਸ਼ਨ ਆ, ਉਹ ਕਿਸ ਰੂਪ ਦੇ ਵਿੱਚ ਹੁੰਦੀ ਹੈ। ਹੁਣ ਜਿਨ੍ਹਾਂ ਜ਼ਬਾਨਾਂ ਦੇ ਵਿੱਚ, ਬੋਲ ਬਾਣੀ ਦੇ ਵਿੱਚ ਸਤਿਕਾਰ ਨਹੀਂ, ਜਿਨ੍ਹਾਂ ਲਿਆਕਤ ਨਹੀਂ, ਡੈਫੀਨੇਟਲੀ ਆਪ ਦੇਖੋਗੇ ਉੱਥੇ ਕੋਈ ਬਹੁਤ ਸਨੇਹ ਵਾਲਾ ਮਾਹੌਲ ਨਹੀਂ ਪੈਦਾ ਹੋਏਗਾ। ਇਹ ਅਹਿਸਾਸ ਕਰੀਏ। ਅੱਜ ਅਸੀਂ ਘਰਾਂ ਬਾਰੇ ਕਹਿੰਦੇ ਹਾਂ ਨਾ ਕਿ ਘਰਾਂ ਦਾ ਇਨਵਾਇਰਮੈਂਟ ਠੀਕ ਨਹੀਂ, ਰਿਸ਼ਤੇ ਠੀਕ ਨਹੀਂ। ਭਾਈ ਬਾਕੀ ਸਭ ਨੂੰ ਛੱਡੋ, ਬੋਲ ਬਾਣੀ 'ਤੇ ਧਿਆਨ ਦਿਓ ਕਿਹੋ ਜਿਹੀ ਹੈ। ਜਿੱਥੇ ਲਫ਼ਜ਼ਾਂ ਦੀ ਚੋਣ ਨਹੀਂ ਇੱਕ ਦੂਜੇ ਬਾਬਤ। ਇਹ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜ੍ਹਦੇ ਹਾਂ, ਮਤਲਬ ਗੁਰੂ ਸਾਹਿਬ ਵਾਰ-ਵਾਰ ਇੱਕੋ ਗੱਲ 'ਤੇ ਜ਼ੋਰ ਦਿੰਦੇ ਨੇ, ਸਤਿਕਾਰ, ਪਿਆਰ, ਸਨੇਹ। ਕਈ ਵਾਰ ਲੋਕ ਕਹਿ ਵੀ ਦਿੰਦੇ ਨੇ। ਮੈਂ ਤਾਂ ਕਾਉਂਸਲਿੰਗ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ। ਮੇਰੇ ਕੋਲ ਵੈਸੇ ਬਹੁਤ ਸਾਰੇ ਐਗਜ਼ਾਮਪਲ ਨੇ, ਇੱਕ ਐਗਜ਼ਾਮਪਲ ਦੇ ਦੇਣਾ। ਬੱਚਾ ਮੇਰੇ ਕੋਲ ਬੈਠਾ ਅਤੇ ਆਪਣੇ ਫਾਦਰ ਨਾਲ ਗੱਲ ਕਰਦਾ ਅਤੇ ਉਸ ਨੂੰ ਵਾਰ-ਵਾਰ ਬਲੇਮ ਦੇ ਰਿਹਾ, ਉਸ ਨੂੰ ਬੜੇ ਜਿਹਨੂੰ ਕਹਿ ਲਓ ਕਿ ਇਨਐਪਰੋਪਰੀਏਟ ਵਰਡ ਯੂਜ਼ ਕਰ ਰਿਹਾ ਹੈ ਮੇਰੇ ਸਾਹਮਣੇ। ਉਹ ਫਾਦਰ ਮਾੜਾ ਜਿਹਾ ਸੱਜੇ ਖੱਬੇ ਹੋਇਆ ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਵਾਈ ਆਰ ਯੂ ਯੂਜ਼ਿੰਗ these type of words toward your father? ਤੇ ਉਹ ਅੱਗੋਂ ਜਵਾਬ ਦਿੰਦਾ ਹੈ, ਕਹਿੰਦਾ ਯੂ ਨੋ ਅੰਕਲ ਜੀ, ਮੈਂ ਦਿਲ ਦਾ ਬਹੁਤ ਚੰਗਾ ਆ। ਮੈਂ ਭਲੇ ਬੰਦੇ, ਦਿਲ ਦੀ ਬਾਰੀ ਖੋਲ੍ਹ ਕੇ ਵੇਖਣੀ ਮੈਨੂੰ ਨਹੀਂ ਆਉਂਦੀ। ਆਈ ਡੋਂਟ ਨੋ ਹਾਊ ਟੂ ਐਕਚੁਅਲੀ ਸੀ ਇਨਸਾਈਡ ਯੂ। ਮੈਨੂੰ ਤਾਂ ਲਫ਼ਜ਼ ਹੀ ਸੁਣਨੇ ਆਉਂਦੇ ਨੇ। ਮੈਨੂੰ ਤਾਂ ਲਫ਼ਜ਼ਾਂ ਦੀ
ਟੋਨ ਹੀ ਸਮਝ ਆਉਂਦੀ ਹੈ। ਮੈਨੂੰ ਤਾਂ ਇਹੀ ਚੀਜ਼ ਦਾ ਪਤਾ ਲੱਗਦਾ ਹੈ। ਆਈ ਹੈਵ ਨੋ ਆਈਡੀਆ ਇਹ ਮੈਨੂੰ ਦੱਸ ਦੇ ਦਿਲ ਕਿਵੇਂ ਪੜ੍ਹਿਆ ਜਾਂਦਾ। ਸਾਡੇ ਆਮ ਕਰਕੇ ਕਿਹਾ ਜਾਂਦਾ ਇਹ ਬੰਦਾ ਥੋੜ੍ਹਾ ਹੈ ਜ਼ਬਾਨ ਦਾ ਅਖੜਿਆ, ਦਿਲ ਦਾ ਬੜਾ ਚੰਗਾ ਆ। ਭਾਈ ਇਹਦਾ ਕੋਈ ਮੈਜਰਮੈਂਟ ਨਹੀਂ ਹੈਗਾ। ਗੁਫਤਾਰ, ਬੋਲੀ, ਤੁਸੀਂ ਹੋਰ ਦੇਖੋ ਲਿਟਰੇਚਰ 'ਚ ਗੱਲ ਮਿਲਦੀ ਹੈ, ਕਿਸੇ ਬੰਦੇ ਨੇ ਬਹੁਤ ਸੋਹਣੀ ਦਸਤਾਰ, ਬੜੇ ਸੋਹਣੇ ਕੱਪੜੇ ਪਾਏ ਨੇ, ਬੜੇ ਵਧੀਆ ਲੱਗਦਾ, ਕਮਾਲ ਦੀ ਪਰਸਨੈਲਿਟੀ, ਬੜੀ ਜੈਂਟਲ ਪਰਸਨੈਲਿਟੀ ਹੈ। ਉਹ ਕਹਿੰਦੇ ਨਹੀਂ ਨਹੀਂ ਅਜੇ ਨਾ, ਅਜੇ ਜੱਜ ਨਾ ਕਰੋ, ਇਟਸ ਟੂ ਅਰਲੀ, ਲੈਟ ਹਿਮ ਔਰ ਹਰ ਟਾਕ, ਗੱਲ ਕਰਨ ਦਿਓ ਉਹਨੂੰ, ਫਿਰ ਪਤਾ ਲੱਗੇਗਾ ਇਹ ਜਿਹੜੀ ਕੋਠੜੀ ਹੈ ਤੇ ਕੋਠੜੀ ਨਾ ਮਤਲਬ ਇੱਕ ਤਰ੍ਹਾਂ ਦਾ ਕਹਿ ਲਓ ਕਿ ਇਟਸ ਏ ਕਾਈਂਡ ਆਫ ਏ ਰੂਮ, ਕੋਠਾ ਆ। ਇਹ ਕੋਠੜੀ ਸੋਨੇ ਦੀ ਹੈ, ਲੋਹੇ ਦੀ ਹੈ ਕਿ ਮਿੱਟੀ ਦੀ ਹੈ, ਇਹ ਦੱਸਣਗੇ ਲਫ਼ਜ਼, ਅਲਫਾਜ਼, ਲਫ਼ਜ਼ਾਂ ਦੀ ਚੋਣ। ਸ਼ੇਖ ਸਾਦੀ ਸੂਫੀ ਹੈ, ਬੜਾ ਸੋਹਣਾ ਇੱਕ ਜਗ੍ਹਾ ਬਾਤ ਰੱਖਦਾ ਹੈ। ਉਹ ਕਹਿੰਦਾ ਹੈ ਕੁਝ ਲੋਕ ਬੋਲਦੇ ਨਹੀਂ ਹੈਗੇ, ਉਹ ਆਪਣੇ ਮੂੰਹ ਦੇ ਵਿੱਚੋਂ ਮਿੱਟੀ ਦੇ ਤੋਦੇ ਸੱਟਦੇ ਨੇ, ਗਾਰਬੇਜ। ਹੁਣ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਕੁੜੱਤਣ ਵੀ ਆਏਗੀ, ਇਹਦੇ ਵਿੱਚ ਤਿਰਸਕਾਰਯੋਗ ਲਫ਼ਜ਼ਾਂ ਦੀ ਚੋਣ ਵੀ ਆਏਗੀ, ਇਹਦੇ ਵਿੱਚ ਬੈਡ ਤਰੀਕੇ ਦੀ ਮਤਲਬ ਉਹਦੀ ਜਿਹੜੀ ਟੋਨ ਆ ਹਰ ਚੀਜ਼ ਵਿੱਚ ਕੈਰੀ ਹੋਏਗੀ। ਮਿੱਠ ਬੋਲੜਾ ਹੋਣਾ ਸਿਰਫ ਅਤੇ ਸਿਰਫ ਲਫ਼ਜ਼ਾਂ ਦੀ ਥੋੜ੍ਹੀ ਜਿਹੀ ਚਾਸ਼ਣੀ ਨਹੀਂ ਹੈ, ਇਹ ਤੁਹਾਡਾ ਕੰਪਲੀਟਲੀ ਤੁਹਾਡਾ ਐਟੀਟਿਊਡ ਆ, ਤੁਹਾਡਾ ਬਿਹੇਵੀਅਰ ਆ, ਤੁਹਾਡੇ ਪੂਰੇ ਵਿਹਾਰ ਦੀ ਇੱਕ ਖਿੜਕੀ ਹੈ। ਗੁਰੂ ਬਾਬਾ ਜੀ ਬਿਆਨ ਕਰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਸ ਸੁਆਮੀ ਦੀ ਮੈਂ ਗੱਲ ਕਰ ਰਿਹਾ ਨਾ, ਜਿਹੜਾ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ, ਮਿੱਠ ਬੋਲੜਾ ਆ। ਹੁਣ ਸਪੋਜ਼ ਕਰੋ ਮੈਂ ਕਿਸੇ ਨੂੰ ਬਿਆਨ ਕਰਦਾ ਕਿ ਆਈ ਬਿਲੋਂਗ ਫਰੋਮ ਦਿਸ ਫੈਮਿਲੀ, ਤਾਂ ਅਗਲਾ ਬੰਦਾ ਕਹਿੰਦਾ ਅੱਛਾ ਤੂੰ ਇਸ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਭਾਈ ਫੈਮਿਲੀ ਤੇਰੀ ਜਿਹੜੀ ਸੀ ਉਹ ਅਰਬੀ ਬੋਲਦੀ ਸੀ, ਫਾਰਸੀ ਬੋਲਦੀ ਸੀ, ਪੰਜਾਬੀ ਬੋਲਦੀ ਸੀ, ਇਸ ਕਿਸਮ ਦਾ ਉਹਨਾਂ ਦਾ ਜੀਵਨ ਵਿਹਾਰ ਸੀ, ਭਈ ਤੈਨੂੰ ਕੁਛ ਪਤਾ ਥੋੜ੍ਹਾ ਬਹੁਤਾ? ਭਈ ਸੌਰੀ ਮੈਂ ਨਹੀਂ ਜਾਣਦਾ। ਭਾਈ ਕਹੇਗਾ ਭਾਈ ਫਿਰ ਇਹਦੀ ਨਾ ਸਾਂਝ ਨਹੀਂ ਹੈ ਆਪਣੇ ਪਰਿਵਾਰ ਦੇ ਨਾਲ। ਮੈਂ ਰੱਬ 'ਤੇ ਬਿਆਨ ਕਰਦਾ, ਮੈਂ ਬਲੀਵਰ ਹਾਂ, ਮੈਂ ਰੱਬ ਵਿੱਚ ਬਲੀਵ ਕਰਦਾ, ਮੈਂ ਰੱਬ ਨੂੰ ਮੰਨਣਾ, ਅਤੇ ਰੱਬ ਮੇਰਾ ਮਿੱਠ ਬੋਲੜਾ ਆ, ਅਤੇ ਮੈਂ ਕੌੜਾ ਹੀ ਬੋਲੀ ਜਾਂਦਾ, ਮੇਰੇ ਕੁੜੱਤਣ ਨਾਲ ਹੀ ਭਰਿਆ। ਇਹਦਾ ਮਤਲਬ ਮੈਂ ਕੋਈ ਆਪਣੇ ਰੱਬ ਨਾਲ ਸਾਂਝ ਨਹੀਂ ਰੱਖੀ, ਮੈਂ ਕੋਈ ਆਸਥਾ ਨਹੀਂ ਰੱਖਦਾ ਉਹਦੇ ਵਿੱਚ। ਸਿੱਧੇ ਤੌਰ 'ਤੇ ਗੁਰੂ ਬਾਬਾ ਜੀ ਸਾਨੂੰ ਆਪਣੇ ਆਪ ਨੂੰ ਟੈਸਟ ਕਰਨ ਵਾਸਤੇ ਕਹਿ ਰਹੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜਿਉ ਕਦੇ ਨਾ ਬੋਲੇ ਕੌਰਾ। ਬਾਬਾ ਜੀ ਕਹਿੰਦੇ ਮੈਂ ਬੜਾ ਸੰਭਲ ਕੇ ਵੀ ਦੇਖਿਆ, ਪਰਖ ਕੇ, ਜੱਜ ਕਰਕੇ, ਬੜਾ ਤਰੀਕੇ ਦੇ ਨਾਲ ਸਿਚੁਏਸ਼ਨਸ ਵਿੱਚ ਪਾ ਕੇ। ਕਈ ਵਾਰ ਇਹ ਹੁੰਦਾ, ਹੁਣ ਸਪੋਜ਼ ਕਰੋ ਮੈਂ ਹੀ ਬੈਠਾ, ਬੜਾ ਮਾਹੌਲ ਹੈ, ਗੁਰੂ ਕੇ ਹਜ਼ੂਰ ਬੈਠਾ, ਗੁਰਬਾਣੀ ਦੀ ਪੋਥੀ ਸਾਹਮਣੇ ਹੈ, I have to actually speak in a very polite way, in a very proper way. ਪਰ ਇਹ ਸਿਚੁਏਸ਼ਨ ਬਦਲੀ ਜਾਏ ਮੇਰੇ ਵਾਸਤੇ, ਉਦੋਂ ਮੈਂ ਕਿਵੇਂ ਬੋਲਦਾ, ਉਦੋਂ ਪਤਾ ਲੱਗੇਗਾ। ਗੁਰੂ ਬਾਬਾ ਜੀ ਕਹਿੰਦੇ ਮੈਂ ਬੜਾ ਧਿਆਨ ਨਾਲ ਦੇਖਿਆ, ਜਿਸ ਰੱਬ ਦੀ ਗੱਲ ਕਰ ਰਿਹਾ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਉਹ ਕੌੜਾ ਨਹੀਂ ਬੋਲਦਾ। ਤੇ ਗੁਰੂ ਸਾਹਿਬ ਨੇ ਜੀਵਨ ਜੀ ਕੇ ਵਿਖਾਇਆ। ਤੁਸੀਂ ਗੁਰੂ ਅਰਜਨ ਸਾਹਿਬ ਤੇ ਜਹਾਂਗੀਰ ਦੇ ਵਿੱਚ ਦੇਖ ਲਵੋ, ਮੁਰਜ਼ਾ ਖਾਨ ਦੇ ਨਾਲ ਉਹਨਾਂ ਦਾ ਕਮਿਊਨੀਕੇਸ਼ਨ ਦੇਖੋ, ਹੋਰ ਤੇ ਬਾਤ ਛੱਡੋ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਫਰਨਾਮਾ ਪੜ੍ਹੋ, ਔਰੰਗਜ਼ੇਬ ਨੂੰ ਲਿਖਿਆ ਹੋਇਆ। ਮਤਲਬ ਇਹੀ ਤੇ ਗਲੋਰੀ ਹੈ। ਜੋ ਮਰਜ਼ੀ ਹੋਏ, ਕਿਸੇ ਦੀ ਇੱਕ ਚੋਣ ਹੈ, ਤੁਹਾਡੀ ਦੂਸਰੀ ਚੋਣ ਹੈ, ਪਰ ਤੁਸੀਂ ਜਿਹੜੀ ਲਫ਼ਜ਼ਾਂ ਦੀ ਚੋਣ ਆ ਕਿਸੇ ਨੂੰ ਐਡਰੈਸ ਕਰਨ ਲੱਗਿਆ, ਉਹ ਘਟੀਆ ਤੇ ਗਲਤ ਥੋੜ੍ਹਾ ਕਰ ਸਕਦੇ ਹੋ। ਬਾਬਾ ਜੀ ਨੇ ਬਾਤ ਕੀਤੀ, ਹਉ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ। ਉਹ ਭਗਵਾਨ ਤਾਂ ਹੀ ਪੂਰਾ ਹੈ ਨਾ, ਅਧੂਰਾ ਨੀਗਾ। ਜਿਹਦੀ ਮੈਂ ਆਸਥਾ ਰੱਖਦਾ ਹਾਂ, ਜਿਹਦੇ ਨਾਲ ਮੈਂ ਸਾਂਝ ਪਾ ਰਿਹਾ ਹਾਂ, ਉਹ ਬਿਲਕੁਲ ਕੌੜਾ ਜਾਣਦਾ ਹੀ ਨਹੀਂ ਬੋਲਣਾ। ਫਿਰ ਕਿਹਾ ਔਗਣ ਕੋ ਨਾ ਚਿਤਾਰੇ, ਇਹ ਵੀ ਖਾਸੀਅਤ ਹੈ ਉਹਦੀ। ਉਹ ਸਾਨੂੰ ਔਗਣਾਂ ਤੋਂ ਨਦਾਰਤ ਹਾਸਲ ਕਰਾ ਦਿੰਦਾ ਹੈ, ਅਤੇ ਆਪ ਬਿਨਾਂ ਸ਼ੱਕ ਸਾਡੇ ਵਿੱਚ ਜਿੰਨੇ ਮਰਜ਼ੀ ਔਗਣ ਹੋਣ, ਸਾਡੇ ਔਗਣਾਂ ਨੂੰ ਰਿਫਲੈਕਟ ਨਹੀਂ ਕਰਦਾ, ਉਹਨਾਂ 'ਤੇ ਧਿਆਨ ਨਹੀਂ ਦਿੰਦਾ, ਮੁਆਫ ਕਰਨ ਵਾਲਾ ਹੈ। ਮੌਲਿਕ ਗੱਲ ਇਹ ਹੈ। ਖੈਰ, ਜਿਹੜੀ ਫੋਰਗਿਵਨੈਸ ਦੀ ਗੱਲ ਕਰਦੇ ਹਾਂ ਅਸੀਂ,
ਟੋਲਰੇਟ ਕਰਨ ਦੀ ਗੱਲ ਕਰਦੇ ਹਾਂ, ਰਿਸਪੈਕਟ ਪੇ ਕਰਨ ਦੀ ਗੱਲ ਕਰਦੇ ਹਾਂ। ਥੀਸ ਆਰ ਆਲ ਹਿਊਮਨ ਵਰਚੂਸ ਐਂਡ ਹੋਲ ਬਾਣੀ ਇਜ਼ ਫੁੱਲ ਵਿਦ ਇਟ। ਇਹ ਤੇ ਕੰਟੀਨਿਊ ਕਰਾਂਗੇ ਅੱਗੇ, ਸਮਾਂ ਆਲਮੋਸਟ ਸਮਾਪਤ ਹੈ ਅੱਜ ਵਾਸਤੇ। ਇੱਥੇ ਇਸੇ ਪਤੇ ਨਾਲ ਹੀ ਸਮਾਪਤੀ ਕਰ ਦਿੰਦੇ ਹਾਂ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ, ਕਿਰਸਾਨੀ ਸੰਘਰਸ਼ 'ਚ ਜੂਝ ਰਹੇ ਉਹਨਾਂ ਮਾਈ